ਕਿੰਨਾ ਕੁ ਪ੍ਰੈਸ਼ਰ ਰਹਿੰਦਾ ਪਾਰਟੀ ਦਾ, ਭਾਵੇਂ ਹੁਣ ਪ੍ਰਧਾਨ ਹੋਵੇ ਭਾਵੇਂ ਤੁਸੀਂ ਪ੍ਰਧਾਨ ਸੀ ਕਿ ਗੋਲਕ ਚੋਂ ਪੈਸਾ ਕੱਢ ਕੇ ਦੇ। ਅੱਜ ਮੈਂ ਪਹਿਲੀ ਦਫਾ ਤੁਹਾਡੇ ਚੈਨਲ ਤੇ ਇਹ ਗੱਲ ਮੈਂ ਖੋਲਦਾ ਪਿਆ ਜੋ ਗੁਰਦੁਆਰਾ ਕਿੱਦਾਂ ਵਰਤਿਆ ਜਾਂਦਾ ਕਿ ਸੁਮੇਸ਼ ਸੈਣੀ ਨੂੰ ਤੁਸੀਂ ਡੀਜੀਪੀ ਕਿਉਂ ਬਣਾ ਦਿੱਤਾ। ਇਹ ਪਾਰਟੀ ਡਿਸਲੌਜ ਹੋ ਜਾਏਗੀ। TBN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ ਹੈ। ਦੋਸਤੋ, ਰੋਜ਼ਾਨਾ ਤੁਹਾਡੇ ਨਾਲ ਖਬਰਸਾਰ ਪੇਸ਼ ਕਰੀਦੀ ਹੈ, ਖਬਰਾਂ ਤੇ ਟਿੱਪਣੀਆਂ ਵੀ ਕਰਦੇ ਹਾਂ, ਪਰ ਅੱਜ ਇੱਕ ਵਿਸ਼ੇਸ਼ ਮੁਲਾਕਾਤ ਤੁਹਾਡੇ ਨਾਲ ਪੇਸ਼ ਕਰਨੀ ਹੈ। ਕਾਰਨ ਇਹ ਹੈ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਕੌਣ ਚੋਣ ਲੜ ਸਕਦਾ, ਕੌਣ ਚੋਣ ਨਹੀਂ ਲੜ ਸਕਦਾ, ਇਸ ਮਸਲੇ ਦੇ ਉੱਤੇ ਇੱਕ ਵੱਡਾ ਵਿਵਾਦ। ਦੋਵੇਂ ਵੱਡੇ ਲੀਡਰ, ਇੱਕ ਪਾਸੇ ਇਸ ਵਕਤ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ, ਤੇ ਦੂਸਰੇ ਪਾਸੇ ਜਾਗੋ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ। ਦੋਵੇਂ ਆਮੋ ਸਾਹਮਣੇ ਨੇ, ਦੋਵੇਂ ਪਰਸਪਰ ਵਿਰੋਧੀ ਬਿਆਨ ਦੇ ਰਹੇ ਆ। ਇੱਕ ਕਹਿੰਦਾ ਹੈ ਕਿ ਕੇਜਰੀਵਾਲ ਸਰਕਾਰ ਦੇ ਗੋਡੇ ਹੇਠ ਮਨਜੀਤ ਸਿੰਘ ਜੀਕੇ ਆਇਆ ਤੇ ਫਿਰ ਉਹਨੇ ਕੰਮ ਕਰਵਾਇਆ, ਤੇ ਦੂਸਰੇ ਕੀ ਕਹਿੰਦੇ ਆ ਕਿ ਗੋਡੇ ਹੇਠ ਨਹੀਂ ਆਏ, ਮੈਂ ਗੋਡਾ ਧਰ ਕੇ ਗਰਦਨ ਦੇ ਉੱਤੇ ਫਿਰ ਦੱਸਿਆ ਕਿ ਸਾਡਾ ਸਿੱਖੀ ਸਿਧਾਂਤ ਕੀ ਹੈ ਤੇ ਗੁਰਦੁਆਰਾ ਐਕਟ ਕੀ ਕਹਿੰਦਾ ਹੈ। ਬਹੁਤ ਸਾਰੇ ਸਵਾਲ ਨੇ ਦੋਵਾਂ ਦੇ ਉੱਤੇ, ਕਰਪਸ਼ਨ ਦੇ ਗਬਨ ਦੇ ਦੋਸ਼ ਵੀ ਲੱਗੇ ਹੈ। ਸਵਾਲ ਇਸ ਤਰ੍ਹਾਂ ਦੇ ਕਰਾਂਗੇ, ਕਸਰ ਕੋਈ ਨਹੀਂ ਛੱਡਣੀ। ਸਵਾਲ ਕਰਨਾ ਮੇਰਾ ਫਰਜ਼ ਹੈ, ਜਵਾਬ ਦੇਣੇ ਮਨਜੀਤ ਸਿੰਘ ਜੀਕੇ ਹੋਰਾਂ ਦਾ। ਸਾਡੇ ਸਵਾਲ ਬੇਸ਼ੱਕ ਤੱਤੇ ਹੋਣਗੇ, ਕੋਸ਼ਿਸ਼ ਕਰਾਂਗੇ ਕਿ ਜਿਹੜੇ ਸਵਾਲ ਤੁਹਾਡੇ ਜ਼ਿਹਨ ਵਿੱਚ ਹੁੰਦੇ ਨੇ ਕਿ ਕਿਉਂ ਨਸ਼ਾ ਵੰਡਿਆ ਜਾਂਦਾ ਹੈ, ਕਿਉਂ ਗੁਰਦੁਆਰਾ ਸਾਹਿਬ ਦੇ ਵਿੱਚ ਇਲੈਕਸ਼ਨ ਹੁੰਦੀ ਹੈ, ਕਿਉਂ ਗੋਲਕ ਨੂੰ ਗਰੀਬ ਵਾਸਤੇ ਨਹੀਂ ਵਰਤਿਆ ਜਾਂਦਾ, ਕਿਉਂ ਪੈਸੇ ਕੱਢ ਕੇ ਕਰਪਸ਼ਨ ਦੇ ਥਾਂ ਤੇ ਲਾਏ ਜਾਂਦੇ ਨੇ, ਕਿਉਂ ਭ੍ਰਿਸ਼ਟਾਚਾਰ ਕੀਤਾ ਜਾਂਦਾ ਹੈ, ਵਗੈਰਾ ਵਗੈਰਾ। ਬਹੁਤ ਸਾਰੇ ਸਵਾਲ ਨੇ ਜਿਹੜੇ ਰੋਜ਼ਾਨਾ ਆਪਾਂ ਬੈਠ ਕੇ ਕਰਦੇ ਹਾਂ ਕਿ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਦੇ ਵਿੱਚ ਗਿਰਾਵਟ ਕਿਉਂ ਆਉਂਦੀ ਹੈ। ਕੋਸ਼ਿਸ਼ ਕਰਾਂਗੇ ਕਿ ਹਰ ਸਵਾਲ ਉਹਨਾਂ ਨੂੰ ਬੇਬਾਕੀ ਨਾਲ ਕੀਤਾ ਜਾਵੇ। ਤੇ ਆਓ ਸਭ ਤੋਂ ਪਹਿਲਾਂ ਮਨਜੀਤ ਸਿੰਘ ਜੀਕੇ ਹੋਰਾਂ ਦਾ ਸਵਾਗਤ ਕਰਦੇ ਹਾਂ ਤੇ ਫਿਰ ਖੁੱਲੀਆਂ ਗੱਲਾਂ ਬਾਤਾਂ ਕਰਾਂਗੇ। ਜੀਕੇ ਸਾਹਿਬ, ਤੁਹਾਡਾ ਪ੍ਰੋਗਰਾਮ ਵਿੱਚ ਹਾਰਦਿਕ ਸਵਾਗਤ। ਸਭ ਤੋਂ ਪਹਿਲਾਂ ਗੁਰਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀਕੇ ਸਾਹਿਬ, ਇਸ ਵਕਤ ਇੱਕ ਪਾਸੇ ਤਾਂ ਕਿਸਾਨੀ ਅੰਦੋਲਨ ਪੂਰਾ ਭਖਿਆ ਹੋਇਆ, ਮਗਿਆ ਹੋਇਆ, ਦਿੱਲੀ ਦੀ ਹਿੱਕ ਤੇ ਚੱਲ ਰਿਹਾ ਹੈ, ਤੇ ਦੂਸਰੇ ਪਾਸੇ ਜਿਹੜੀ ਇਸ ਵਕਤ ਦਿੱਲੀ ਦੀ ਸਿੱਖ ਸਿਆਸਤ ਆ ਉਹ ਵੀ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ ਕਿ ਮੈਂ ਸਿੱਖ ਸਿਆਸਤ ਵਾਲੇ ਪਾਸੇ ਨੂੰ ਆਵਾਂ। ਤੁਸੀਂ ਜਾਗੋ ਪਾਰਟੀ ਬਣਾਈ, ਤੁਸੀਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ, ਜਾਂ ਆਪਾਂ ਆਖੀਏ ਕਿ ਤੁਹਾਨੂੰ ਦੇਣਾ ਪਿਆ। ਇਸ ਵਕਤ ਤੁਹਾਡੀ ਪਾਰਟੀ, ਕਿਉਂਕਿ ਅਸੀਂ ਦੂਸਰੇ ਪਾਸੇ ਸਿਰਸਾ ਸਾਹਿਬ ਦੇ ਰੋਜ਼ ਵੀਡੀਓ ਦੇਖਦੇ ਹਾਂ ਕਿ ਵੱਡੇ ਪੱਧਰ ਤੇ ਉਹ ਇਸ ਵਕਤ ਨੌਜਵਾਨਾਂ ਦਾ, ਕਿਸਾਨਾਂ ਦਾ ਸਾਥ ਦੇ ਰਹੇ ਹੈ, ਤੁਹਾਡੀ ਪਾਰਟੀ ਵੀ ਖੁੱਲ੍ਹ ਕੇ ਸਮਰਥਨ ਕਰ ਰਹੀ ਹੈ ਜੀ? ਜਿੱਥੋਂ ਤੱਕ ਕਿਸਾਨਾਂ ਦਾ ਤਾਲੁਕ ਹੈ ਨਾ ਜੀ, ਜਿੱਡਾ ਸਮਰਥਨ ਤਾਂ ਇੱਕ ਪਾਸੇ ਰਹਿ ਗਿਆ ਜੀ। ਦਿੱਲੀ ਗੁਰਦੁਆਰਾ ਕਮੇਟੀ ਹੈ, ਦਿੱਲੀ ਗੁਰਦੁਆਰਾ ਕਮੇਟੀ ਬਹੁਤ ਸਮਰਥਨ ਦੇ ਸਕਦੀ, ਪਰ ਜੋ ਅਸੀਂ ਕੀਤਾ ਹੈ, ਮਤਲਬ ਉਹ ਰਸਦ ਹੋਵੇ ਲੰਗਰਾਂ ਦੇ ਵਿੱਚ, ਉਹ ਟੈਂਟ ਹੋਣ, ਉਹ ਜਦੋਂ ਠੰਡ ਪਈ ਸੀ ਹੀਟਰ ਹੋਣ, ਅੱਜ ਪੱਖੇ ਹੋਣ, ਡਰਾਈ ਫਰੂਟ ਹੋਵੇ 3-3 ਟਨ 3000 ਕਿਲੋ, ਮਤਲਬ ਉਹ ਡਿਟੇਲਾਂ ਛੱਡੋ, ਇਹ ਗੁਰੂ ਨੇ ਕੀਤੀਆਂ, ਅਸੀਂ ਨਹੀਂ ਦਿੱਤੀਆਂ। ਅਸੀਂ ਜਿਹਨੂੰ ਕਿਹਾ, ਸਾਡੇ ਮਿੱਤਰਾਂ ਨੇ ਕਿਹਾ ਜੀ ਸਾਡੀ ਜ਼ਿੰਮੇ ਲਾਓ, ਟਰੱਕਾਂ ਦੇ ਟਰੱਕ ਮਾਲ ਭੇਜ ਦਿੱਤੇ। ਇਹ ਤਾਂ ਇੱਕ ਚੀਜ਼ ਰਹਿ ਗਈ। ਮੈਂ ਸਿਰਫ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਵਾਂ 26 ਤਰੀਕ ਦੀ ਕਿਸਾਨ ਮੋਰਚੇ ਦੀ। 25 ਤਰੀਕ ਨੂੰ ਸਰ ਮਨਜਿੰਦਰ ਸਿੰਘ ਸਿਰਸਾ ਟਰੈਕਟਰ ਚਲਾ ਰਹੇ ਨੇ ਗਾਜ਼ੀਪੁਰ ਬਾਰਡਰ ਤੇ ਜੀ, ਔਰ ਉਹਨਾਂ ਦਾ ਲਾਈਵ ਹੈਗਾ ਨਾਲ। ਉਹਨਾਂ ਨੇ 1-2 ਕਿਸਾਨ ਲੀਡਰ ਬਿਠਾਏ ਸੀਗੇ ਜੀ, ਕੱਲ 26 ਜਨਵਰੀ ਆ, ਆਪਾਂ ਇਹ ਬੈਰੀਅਰ ਤੋੜ ਕੇ ਟਰੈਕਟਰ ਜਿਹੜੇ ਆ ਦਿੱਲੀ ਸ਼ਹਿਰ 'ਚ ਲੈ ਜਾਵਾਂਗੇ, ਦੇਖਾਂਗੇ ਕੌਣ ਰੋਕਦਾ। ਔਰ ਤੁਸੀਂ ਉਹਨਾਂ ਨੇ ਉੱਥੇ ਜਿਹੜੇ ਸੈਂਟੀਮੈਂਟਸ ਬੱਚਿਆਂ ਦੇ ਹਾਈ ਕੀਤੇ, ਔਰ ਕਿਸਾਨਾਂ ਦੇ ਵਿੱਚ ਵੀ ਜਾ ਕੇ ਉਹਨਾਂ ਨੂੰ ਭੜਕਾਉਂਦੇ ਰਹੇ।
ਹੁਣ 26 ਤਰੀਕ ਨੂੰ 9 ਜਲੂਸ ਕਿਸਾਨਾਂ ਦੇ ਦਿੱਲੀ 'ਚ ਐਂਟਰ ਕਰਦੇ ਨੇ। 7 ਜਲੂਸ ਬਿਲਕੁਲ ਸ਼ਾਂਤ ਰਹਿੰਦੇ ਨੇ, ਲੋਕੀ ਸਵਾਗਤ ਕਰਦੇ ਨੇ, ਲੰਗਰ ਲਾਉਂਦੇ ਨੇ, ਫੁੱਲਾਂ ਦੀ ਵਰਖਾ ਹੁੰਦੀ ਹੈ। 2 ਜਗ੍ਹਾ ਤੇ ਗੜਬੜ ਹੁੰਦੀ ਹੈ, ਇੱਕ ਜਿਹੜਾ ਲਾਲ ਕਿਲੇ ਲੈ ਜਾਂਦੇ ਨੇ ਔਰ ਦੂਜਾ ਜਿਹੜਾ ਗਾਜ਼ੀਪੁਰ ਤੋਂ ਆਉਂਦਾ ਉਹ ITO ਆ ਜਾਂਦਾ ਹੈ। ਮੈਂ ਸਿਰਫ ਇੰਨਾ ਕਹਿਣਾ ਚਾਹੁੰਦਾ ਵਾਂ ਕਿ ਇੱਕ ਬੱਚਾ ਨਵਪ੍ਰੀਤ ਸਿੰਘ ਜਿਹੜਾ ITO ਚੌਂਕ ਦੇ ਉੱਤੇ ਮਰਿਆ ਪਿਆ ਸੀਗਾ, ਬਹੁਤ ਵੱਡੇ ਕਿਸਾਨ ਲੀਡਰ ਨੇ, UP ਉੱਤਰਾਖੰਡ ਪੰਜਾਬੀ ਸੰਗਠਨ ਹੈਗਾ ਉਹਦੇ, ਜਸਬੀਰ ਸਿੰਘ ਵਿਰਕ ਮੈਨੂੰ ਫੋਨ ਕਰਦੇ ਨੇ ਦੁਪਹਿਰੇ ਕਿ ਮਨਜੀਤ ਸਿੰਘ ਜੀ ਇਹ ਬੱਚਾ ਇੱਥੇ ਮਰ ਗਿਆ, ਪੁਲਿਸ ਨੇ ਗੋਲੀ ਮਾਰੀ ਹੈ, ਲੇਕਿਨ ਪੁਲਿਸ ਕਹਿੰਦਾ ਜੀ ਅਸੀਂ ਗੋਲੀ ਨਹੀਂ ਮਾਰੀ, ਇਹ ਟਰੈਕਟਰ ਲੁੱਟਣ ਨਾਲ ਮਰਿਆ। ਤੇ ਮਨਜਿੰਦਰ ਸਿੰਘ ਸਰਸਾ ਜੀ ਨੂੰ ਫੋਨ ਕੀਤਾ, ਉਹ ਵੀ ਪਹੁੰਚ ਰਹੇ ਆ, ਤੇ ਤੁਸੀਂ ਆਪ ਆਓ ਜਾਂ ਕੋਈ ਟੀਮ ਭੇਜੋ। ਮੇਰਾ ਦਿੱਲੀ ਦਾ ਪ੍ਰਧਾਨ ਸਰ ਚਮਨ ਸਿੰਘ ਲਾਗੇ ਸੀਗਾ, ਮੈਂ ਆਪਣੀ ਟੀਮ ਉੱਥੇ ਭੇਜ ਦਿੰਦਾ ਵਾਂ। ਸਰਸਾ ਸਾਹਿਬ ਨੂੰ ਉਡੀਕਦੇ ਰਹਿੰਦੇ, ਸਰਸਾ ਸਾਹਿਬ ਆਉਂਦੇ ਨਹੀਂ। ਉਹ ਕਹਿ ਰਹੇ ਤੁਸੀਂ ਬਹੁਤ ਕੰਮ ਕਰ ਰਹੇ ਹੋ, ਮੈਂ ਤੁਹਾਨੂੰ ਸਿਰਫ ਡਿਟੇਲ ਦੇਣ ਲੱਗਾ ਜੀ ਜੀ। ਉਸੇ ਵਕਤ ਮੈਂ 26 ਜਨਵਰੀ ਦੀ ਗੱਲ ਕਰ ਰਿਹਾ ਕਿ ਸਰਸਾ ਸਾਹਿਬ ਤੁਸੀਂ ਉਕਸਾ ਕੇ ਬੱਚੇ ਲੈ ਆਂਦੇ, ਬੱਚੇ ਨੂੰ ਗੋਲੀ ਮਾਰ ਕੇ ਪੁਲਿਸ ਨੇ ਮਾਰਤਾ, ਤੁਹਾਡਾ ਬਿਆਨ ਹੀ ਨਹੀਂ, ਤੁਸੀਂ ਉੱਥੇ ਪਹੁੰਚ ਨਹੀਂ ਰਹੇ, ਤੁਸੀਂ ਆਪ ਟਰੈਕਟਰ ਚਲਾ ਕੇ ਲੋਕਾਂ ਨੂੰ ਉਕਸਾਇਆ। ਉਹਦੇ ਬਾਅਦ ਅੱਜ ਤੱਕ ਨਾਮ ਸੁਣਿਆ ਨਾ ਚੈਨਲ ਕਿੰਨਾ ਵੱਡਾ ਹੈ, ਬਿਲਕੁਲ ਜ਼ੀ ਨਿਊਜ਼ ਦਾ ਨਾਮ ਸੁਣਿਆ ਨਾ। ਦੋਵੇਂ ਚੈਨਲ ਕੀ ਦਿਖਾ ਰਹੇ ਨੇ, ਜਿਹੜੀਆਂ ਝਾਂਕੀਆਂ ਨਿਕਲਦੀਆਂ ਨਾ 26 ਜਨਵਰੀ ਦੀਆਂ, ਉਹ ਇੰਡੀਆ ਗੇਟ ਰਾਜਪਥ ਤੋਂ ਹੋਣ ਤੋਂ ਬਾਅਦ ਉਹ ਲਾਲ ਕਿਲੇ ਦੇ ਆੜੇ ਦੁਆੜੇ ਪਾਰਕਿੰਗ 'ਚ ਪਾਰਕ ਹੋ ਜਾਂਦੀ ਹੈ, ਲੋਕੀ ਉਹ ਝਾਂਕੀਆਂ ਜਾ ਕੇ ਦੇਖਦੇ ਆ। ਉੱਥੇ ਦਿਖਾ ਰਹੇ ਨੇ देखो ये राम जन्म भूमि की झांकी, इसका गुंबद तोड़ दिया गया, आतंकियों ने तोड़ दिया जिन्होंने खालिस्तान के झंडे अभी लाल किले पे लगाए थे। और जी न्यूज दिखा रहा है केदारनाथ मंदिर की झांकी, ये देखिए इसका जो दर्शनी द्वार था उसको तोड़ दिया गया, आतंकियों द्वारा तोड़ दिया गया। और इस वेले एक गल बेनीपाल जी तुसी तो बैठे हो कनेडा, कोई अमरीका ते कोई बाहरले सिख तां सिर्फ मैं समझदा कि ਉਹ ਫੀਲਿੰਗ ਨੂੰ ਸਮਝ ਨਹੀਂ ਸਕਦੇ ਜੋ ਹਿੰਦੁਸਤਾਨ 'ਚ ਬੈਠੇ ਸਿੱਖਾਂ ਦੀ 26 27 28 ਦੀ ਫੀਲਿੰਗ ਸੀਗੀ। ਸਾਨੂੰ ਇਹ ਲੱਗ ਰਿਹਾ ਸੀਗਾ ਕਿ ਸਾਡੇ ਨਾਲ 84 ਹੋਣ ਲੱਗੀ ਆ, ਸਾਡਾ ਦੁਬਾਰਾ ਕਤਲੇਆਮ ਹੋਏਗਾ। ਮੈਂ ਸਮਝਦਾ ਵਾਂ ਕਿ ਤੁਸੀਂ ਕਿਸਾਨੀ ਮੋਰਚੇ ਨੂੰ ਡਰੇਲ ਕੀਤਾ। ਹੁਣ ਮੇਰਾ ਅਗਲਾ ਸਵਾਲ, ਉਸੇ ਵੇਲੇ ਮੈਂ ਵਕੀਲ ਹਾਇਰ ਕਰਦਾ ਔਰ ਹਾਈ ਕੋਰਟ ਦੇ ਵਿੱਚ ਮੈਂ ਅੱਜ ਤੱਕ ਦੇ ਜ਼ੀ ਨਿਊਜ਼ ਦੇ ਖਿਲਾਫ ਮੈਂ ਪਟੀਸ਼ਨ ਪਾਣਾ ਵਾਂ ਔਰ ਨੋਟਿਸ ਹੁੰਦਾ ਹੈ, ਅੱਜ ਤੱਕ ਨੂੰ ਹੁੰਦਾ ਹੈ। ਉਹਦੇ ਬਾਅਦ ब्रॉडकास्टिंग एसोसिएशन ऑफ इंडिया ਜਿਹਦੇ ਥੱਲੇ ਸਾਰੇ ਚੈਨਲਸ ਆਉਂਦੇ ਨੇ ਔਰ ਇਨਫੋਰਮੇਸ਼ਨ ਬ੍ਰॉडकास्टिंग ਮਿਨਿਸਟਰੀ ਹੋ ਗਈ ਗਵਰਨਮੈਂਟ ਆਫ ਇੰਡੀਆ ਦੀ, ਜਿਹੜੀ ਜਿਹਦੇ ਥੱਲੇ ਇਹ ਸਾਰਾ ਆਉਂਦਾ ਹੈ। ਨੰਬਰ 1 ਜੀ ਕੰਗਨਾ ਰਣੌਤ ਦਾ ਟਵੀਟ ਆਉਂਦਾ, ਮੈਂ ਟਵਿੱਟਰ ਜਿਹੜੀ ਆਰਗੇਨਾਈਜੇਸ਼ਨ ਹੈ ਉਸ ਨੂੰ ਮੈਂ ਕੋਰਟ 'ਚ ਨੋਟਿਸ ਦਿੰਦਾ, ਕੰਗਨਾ ਰਣੌਤ ਦਾ ਟਵੀਟ कैंसिल ਹੁੰਦਾ है। मनु आज तक आलिया का फोन आता है जी कि सर हम आपकी जो वीडियो है कंट्रोवर्शियल उसको हटा रहे हैं। मैंने कहा मुझे बस जवाब दीजिए, हाई कोर्ट में जाके जवाब देना, आपने पूरा आग लगाने का काम किया है। मनु फोन आ रहा उड़ीसा तो, मनु फोन आ रहा दिल्लियों, मनु फोन आ रहा महाराष्ट्र, मध्य प्रदेश, राजस्थान चो। वो कहते सरदार साहब हमें डर लग रहा है, सरदार हिंदी बोलते कई बार ले महाराष्ट्र, हमें डर लग रहा है, हमें लग रहा है हमारे साथ दोबारा 84 होने वाली है। अच्छा, फिर एक तुसी वीडियो देखी होनी, 3 मुंडे निशान साहब ਨੂੰ ਪੈਰਾਂ ਸੁੱਟ ਕੇ ਤੇ ਅੱਗ ਲਾ ਜੀ। ਉਹ FIR ਸਭ ਤੋਂ ਪਹਿਲੇ 26 ਤਰੀਕ ਸ਼ਾਮ ਨੂੰ ਪਾਰਲੀਮੈਂਟ ਸਟਰੀਟ ਥਾਣੇ, ਪਾਰਲੀਮੈਂਟ ਹਾਊਸ ਦੇ ਸਾਹਮਣੇ ਜਾ ਕੇ ਮੈਂ FIR ਦਰਜ ਕਰਾਨਾ ਵਾਂ ਔਰ ਉਹ ਬੱਚੇ ਅਗਲੇ ਦਿਨ ਫੜੇ ਜਾਂਦੇ ਨੇ, ਕੈਥਲ ਦੇ ਬੱਚੇ ਸੀਗੇ। ਉਸ ਤੋਂ ਇਲਾਵਾ ਸੀਸਗੰਜ ਸਾਹਿਬ ਦੇ ਅੱਗੋਂ ਇੱਕ ਜਲੂਸ ਨਿਕਲਦਾ ਭੜਕਾਊ ਨਾਰੇ ਲਾਂਦਾ ਹੋਇਆ, ਜਿਹੜਾ ਬਾਰਡਰ ਦੇ ਉੱਤੇ ਕੁੰਡਲੀ ਬਾਰਡਰ ਜਿੱਥੇ ਸਿੰਘੂ ਬਾਰਡਰ ਦੇ ਬੈਠੇ ਨੇ ਉੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਮੈਮੋਰੀਅਲ ਹੈ, ਉੱਥੋਂ ਨਿਸ਼ਾਨ ਸਾਹਿਬ ਲਾ ਕੇ ਥੱਲੇ ਸੁੱਟਿਆ ਜਾਂਦਾ ਔਰ ਉੱਥੇ ਤਿਰੰਗਾ ਚੜਾਇਆ ਜਾਂਦਾ ਔਰ ਉੱਥੇ ਭੜਕਾਊ ਨਾਰੇ ਲਾਏ ਜਾਂਦੇ ਨੇ। ਉਹਨਾਂ ਦੇ ਖਿਲਾਫ ਐਕਸ਼ਨ ਅਸੀਂ ਲੈ ਰਹੇ ਹਾਂ। ਮੈਂ ਪੁੱਛਣਾ ਚਾਹੁੰਦਾ ਸਰਸਾ ਸਾਹਿਬ, ਤੁਸੀਂ ਸਿਰਫ 26 ਔਰ 27 ਦਾ ਆਪਣਾ ਫੋਨ ਤੇ ਲਾਈਵ ਦਿਖਾ ਦਿਓ ਫੇਸਬੁੱਕ ਦਾ, ਤੁਸੀਂ ਕਿੱਥੇ ਸੀ? ਤੁਸੀਂ ਘਰੋਂ ਹੀ ਨਹੀਂ ਨਿਕਲੇ। ਤੁਸੀਂ ਅੱਜ ਜ਼ਮਾਨਤਾਂ ਦੀ ਗੱਲ ਕਰ ਰਹੇ ਹੋ ਬੇਨੀਪਾਲ ਸਾਹਿਬ, ਤੁਸੀਂ ਤੇ ਬਹੁਤ ਸਿਆਣੇ ਐਂਕਰ ਹੋ, ਤੁਸੀਂ ਜਰਨਲਿਸਟ ਹੋ, ਬਹੁਤ ਸਿਆਣੇ। ਮੈਂ ਇਹ ਸਮਝਦਾ ਵਾਂ ਅੱਜ ਬੱਚਿਆਂ ਦਾ ਭਵਿੱਖ ਅਸੀਂ ਖਤਰੇ 'ਚ ਪਾ ਦਿੱਤਾ ਹੈ। ਇਹ ਮੇਰੀ ਗੱਲ ਹੁਣ ਧਿਆਨ ਨਾਲ ਸੁਣਨਾ ਜੋ ਮੈਂ ਕਹਿਣ ਜਾ ਰਿਹਾ। ਮੈਂ 42 ਸਾਲ ਲੜਾਈ ਲੜੀ ਹੈ ਜਥੇਦਾਰ ਜੀ ਦੀ ਡੈਥ ਤੋਂ ਬਾਅਦ, 1984 ਦੀ 35 ਸਾਲ ਲੜੀ ਹੈ। ਸੱਜਣ ਕੁਮਾਰ ਕਿਹਨੇ ਅੰਦਰ ਕਰਾਤਾ? ਕੋਈ ਕਰਾ ਸਕਿਆ ਅੱਜ ਤੱਕ ਅੰਦਰ? ਕਿਉਂ ਨਹੀਂ HKL ਭਗਤ ਅੰਦਰ ਹੋ ਗਿਆ ਸੀ, ਧਰਮਦਾਸ ਸ਼ਾਸਤਰੀ ਅੰਦਰ ਹੋਇਆ? ਕਿਉਂਕਿ ਅਕਾਲੀ ਦਲ ਦੀ ਲੀਡਰਸ਼ਿਪ ਪੈਸੇ ਖਾ ਕੇ ਉਹਨਾਂ ਨੂੰ ਰਾਹ ਦਿੰਦੀ ਰਹੀ ਹੈ। ਕਦੀ ਸੋਚਿਆ ਸੀ
ਕਿ ਇਹ ਸੱਜਣ ਕੁਮਾਰ ਅੰਦਰ ਜਾਏਗਾ? ਕਦੀ ਸੋਚਿਆ ਸੀ ਪਾਰਲੀਮੈਂਟ ਦੇ ਸਾਹਮਣੇ ਯਾਦਗਾਰ ਬਣ ਜਾਏਗੀ 1984 ਦੀ? ਸਾਨੂੰ 2 ਗਜ਼ ਜ਼ਮੀਨ ਦੇਣ ਨੂੰ ਤਿਆਰ ਨਹੀਂ ਸੀ। ਇੰਦਰਾ ਗਾਂਧੀ ਦੇ 3 ਮੈਮੋਰੀਅਲ ਬਣ ਗਏ ਸੀ, 5000 ਸਿੱਖ ਦਿੱਲੀ 'ਚ, 12000 ਹਿੰਦੁਸਤਾਨ 'ਚ ਮਰਿਆ। ਇਹ ਕਿੱਦਾਂ ਹੋਇਆ? ਇਹ ਹੋਇਆ ਕਮਿਟਮੈਂਟ ਕਰਕੇ, ਕਿਉਂਕਿ ਅਸੀਂ ਕਮਿਟਡ ਸੀ ਆਪਣੀ ਲੜਾਈ ਲੜਨ ਵਾਸਤੇ। ਮੈਂ ਪੁੱਛਣਾ ਚਾਹੁੰਦਾ 42 ਸਾਲ ਦੇ ਵਿੱਚ ਕੋਈ ਇੱਕ ਬੱਚਾ ਮੈਨੂੰ ਦੱਸ ਦੇਵੇ ਜਿਹਦੇ ਉੱਤੇ ਮੈਂ ਕੇਸ ਪੈਣ ਦਿੱਤਾ ਹੋਵੇ। ਜਿਹੜੀ ਲੜਾਈ ਲੜੀ ਮੈਂ ਫਰੰਟ ਤੋਂ ਲੀਡ ਕੀਤੀ। ਅਗਰ ਤੁਹਾਨੂੰ ਯਾਦ ਹੋਵੇ, ਇਹ 26 ਜਨਵਰੀ ਤੋਂ ਪਹਿਲੇ 4 ਦਿਨ ਪਹਿਲੇ 3 ਬੱਚੇ ਸੜਕ ਤੇ ਝੰਡਾ ਲੈ ਕੇ ਜਾ ਰਹੇ ਸੀ, ਉਹਨੂੰ ਪੁਲਿਸ ਵਾਲਾ ਰੋਕਦਾ ਹੈ। ਮੈਂ ਸਵੇਰੇ ਸਾਈਕਲਿੰਗ ਕਰ ਰਿਹਾ ਸੀਗਾ, ਮੈਂ ਸਵੇਰੇ ਸਾਈਕਲਿੰਗ ਤੇ ਜਾਣਾ, ਮੈਨੂੰ ਫੋਨ ਆਉਂਦਾ 7 ਵਜੇ ਕਿ ਜੀ ਇਹ ਇੰਡੀਆ ਗੇਟ ਦੇ ਕੋਲ 3 ਬੱਚੇ ਪੁਲਿਸ ਨੇ ਰੋਕ ਰਹੇ ਨੇ, ਉਹਨਾਂ ਨੂੰ ਅੰਦਰ ਕਰਨ ਲੱਗੀ ਏ। ਮੈਂ ਉੱਥੇ ਪਹੁੰਚਦਾ ਵਾਂ ਤੇ ਮੈਂ ਥਾਣੇਦਾਰ ਦੀ ਕਲਮ ਤੇ ਪੈਨਸਲ, ਉਹ ਸਰਕਾਰੀ ਕਿਤਾਬ ਤੇ ਮੈਂ ਕਿਹਾ ਲਿਖ ਮਨਜੀਤ ਸਿੰਘ ਦਾ ਨਾਂ ਲਿਖ, ਮੈਂ ਝੰਡਾ ਲੈ ਕੇ ਜਾ ਰਿਹਾ, ਮੇਰੇ ਤੇ ਕੇਸ ਪਾ, ਇਹ ਬੱਚਿਆਂ ਤੇ ਨਾ ਪਾ। ਸਰ ਜੀ ਤੁਸੀਂ ਜ਼ਮਾਨਤਾਂ ਕਰਾ ਰਹੇ ਹੋ ਨਾ ਜਿਹੜੀਆਂ, ਹੁਣ ਜਿਹੜੀ ਗੱਲ ਮੈਂ ਪੁਆਇੰਟ ਤੁਹਾਨੂੰ ਦੱਸਣ ਲੱਗਾ, ਜੀ ਜਿਹੜੀ ਜ਼ਮਾਨਤਾਂ ਕਰਾ ਰਹੇ ਹੋ ਨਾ, ਜ਼ਮਾਨਤ ਮਨਜਿੰਦਰ ਸਿੰਘ ਸਿਰਸਾ ਜੀ ਨਹੀਂ ਕਰਾ ਰਹੇ, ਜ਼ਮਾਨਤ ਮਨਜੀਤ ਸਿੰਘ ਨਹੀਂ, ਮੈਂ ਵੀ ਜ਼ਮਾਨਤਾਂ ਕਰਾਈਆਂ ਜੀ, ਲੇਕਿਨ ਅਸੀਂ ਨਹੀਂ ਕਰਾ ਰਹੇ। ਜ਼ਮਾਨਤ ਲਾਅ ਪੁਆਇੰਟ ਤੇ ਹੋ ਰਹੀ ਹੈ, ਜ਼ਮਾਨਤ ਮਿਲਣੀ ਹੈ। ਉਹ ਵਕੀਲ ਆਪਣਾ ਖੜਾ ਕਰ ਦੇਵੇ, ਉਹ ਵਕੀਲ ਗੁਰਦੁਆਰਾ ਕਮੇਟੀ ਦੇ ਦੇਵੇ, ਉਹ ਵਕੀਲ ਬੇਨੀਪਾਲ ਸਾਹਿਬ ਦੇ ਦੇਣ, ਵਕੀਲ ਮਨਜੀਤ ਸਿੰਘ ਦੇ ਦੇਵੇ। ਫਿਰ ਕਈ ਐਸੇ ਵਕੀਲ ਨੇ ਜਿਹੜੇ, ਹੁਣ ਜਿੱਦਾਂ ਰਣਜੀਤ ਸਿੰਘ ਦੀ ਜ਼ਮਾਨਤ ਹੈ, ਇਹ ਇੱਕ ਵਕੀਲਾਂ ਦੀ ਸੰਗਠਨ ਨੇ ਕਰਾਈ ਹੈ, ਲਾਹਾ ਇਹ ਲਈ ਜਾਂਦੇ ਨੇ। ਮੈਂ ਤੁਹਾਨੂੰ ਜਿਹੜੀ ਅਗਲੀ ਗੱਲ ਕਹਿਣ ਲੱਗਾ, ਜ਼ਮਾਨਤ ਤਾਂ ਹੋ ਗਈ, ਸਮਝ ਗਏ, ਜ਼ਮਾਨਤ ਹੋ, ਜ਼ਮਾਨਤ ਤੋਂ ਬਾਅਦ ਕੇਸ ਮੁੱਕ ਗਿਆ। ਤੁਹਾਨੂੰ ਪਤਾ ਕਿੰਨੀਆਂ ਧਾਰਾਂ ਲੱਗੀਆਂ? 21 ਧਾਰਾਂ ਲੱਗ ਰਹੀਆਂ ਨੇ, 307 ਤੋਂ ਲੈ ਕੇ ਆਰਸਨ, ਲੂਟਿੰਗ, ਟ੍ਰੈਸਪਾਸਿੰਗ, ਪਬਲਿਕ ਪ੍ਰਾਪਰਟੀ ਡੈਮੇਜ, ਕੀ ਕਹਿੰਦੇ ਨੇ 307 ਅਟੈਂਪਟ ਟੂ ਮਰਡਰ, ਜਿਨ੍ਹਾਂ ਨੂੰ ਸੱਟਾਂ ਲੱਗੀਆਂ ਨੇ ਪੁਲਿਸ ਵਾਲਿਆਂ ਨੂੰ ਤੇ ਦੂਜਿਆਂ ਨੂੰ। ਜ਼ਮਾਨਤ ਤਾਂ ਹੋ ਗਈ, 10 ਸਾਲ ਕੇਸ ਚੱਲੇਗਾ। ਉਹ ਕੇਸ ਕੌਣ ਦੇਗਾ? ਉਹ ਬੱਚੇ ਜਿਹੜੇ ਮੋਟਰਸਾਈਕਲਾਂ ਲੈ ਕੇ ਵੀ ਲਾਲ ਕਿਲੇ ਜਾਂ IT ਜਾਂ ਸਿੰਘੂ ਬਾਰਡਰ ਜਾਂ UP ਬਾਰਡਰ ਦੇ ਕੋਲੋਂ ਲੰਘ ਗਏ। 6000 ਬੱਚੇ ਦੀ ਲਿਸਟ ਹੈ ਪੁਲਿਸ ਕੋਲ, 6000 ਬੱਚੇ ਦੀ। ਹੁਣ ਜਿਹਦੇ ਉੱਤੇ ਇਹ ਕੇਸ ਪੈ ਗਏ ਨਾ 21 ਧਾਰਾ ਦੇ, ਮਤਲਬ ਵਿੱਚ 307 ਅਟੈਂਪਟ ਟੂ ਮਰਡਰ ਵੀ ਹੈ, ਉਹ ਬੱਚਿਆਂ ਦੇ ਜਦੋਂ ਸਰਕਾਰੀ ਨੌਕਰੀ ਅਪਲਾਈ ਕਰਨਗੇ, ਜਦੋਂ ਉਹ ਕਿਸੇ ਵੱਡੀ MNC 'ਚ ਅਪਲਾਈ ਕਰਨਗੇ, ਬਿਰਲੇ ਟਾਟੇ ਦੀਆਂ, ਰਿਲਾਇੰਸ ਦੀਆਂ, ਪ੍ਰੋਕਟਰ ਗੈਂਬਲ ਹੋ ਜਾਵੇ ਜਾਂ ਹੋਰ ਵੱਡੀਆਂ ਕੰਪਨੀਆਂ ਹੋ ਗਈਆਂ, ਊਬਰ ਵਗੈਰਾ ਹੋ ਗਈਆਂ, ਜਾਂ ਜਦੋਂ ਉਹ ਪਾਸਪੋਰਟ ਅਪਲਾਈ ਕਰਨਗੇ, ਜਾਂ ਜਦੋਂ ਆਰਮਸ ਲਾਇਸੈਂਸ ਅਪਲਾਈ ਕਰਨਗੇ, ਉਦੋਂ ਉਹਨਾਂ ਦਾ ਪੁਲਿਸ ਰਿਕਾਰਡ ਦੇ ਵਿੱਚ ਆਏਗਾ ਕਿ ਇਹਨਾਂ ਦੇ ਉੱਤੇ 307 ਦੇ, ਆਗਜ਼ਨੀ ਦੇ, ਲੂਟਿੰਗ ਦੇ, ਇਹਨਾਂ ਦੇ ਟ੍ਰੈਸਪਾਸਿੰਗ ਦੇ, ਡੈਮੇਜ ਆਫ ਪਬਲਿਕ ਪ੍ਰਾਪਰਟੀ ਦੇ ਕੇਸ ਨੇ। ਉਹ ਬੱਚਿਆਂ ਨੂੰ ਨੌਕਰੀ ਨਹੀਂ ਮਿਲਣ ਵਾਲੀ, ਨੰਬਰ 1 ਜੀ। ਨੰਬਰ 2, ਜਿਹੜੇ ਬੱਚਿਆਂ ਤੇ 5 ਤੋਂ 6000 ਬੱਚਿਆਂ ਤੇ ਕੇਸ ਨੇ, ਉਹ ਕੋਈ ਵਿਚਾਰਾ ਕਿਰਾਏ ਤੇ ਲੈਂਦਾ, ਕਿਸੇ ਦਾ ਪਿਓ 3 ਵੀਲਰ ਚਲਾਉਂਦਾ, ਕਿਸੇ ਦਾ ਪਿਓ ਦਿਹਾੜੀ ਲਾਉਂਦਾ, ਕਿਸੇ ਦਾ ਪਿਓ ਛੋਟੀ ਮੋਟਾ ਕੋਈ ਬਿਜ਼ਨਸ ਕਰਦਾ, ਕੋਈ 25 ਗਜ ਦੇ, ਕੋਈ 50 ਗਜ ਦੇ ਮਕਾਨ 'ਚ ਰਹਿੰਦੇ ਨੇ। ਇਹਨਾਂ ਬੱਚਿਆਂ ਦਾ ਕੇਸ ਕੌਣ ਲੜੇਗਾ? ਇਹ ਜ਼ਮਾਨਤਾਂ ਨਾਲ ਕੰਮ ਨਹੀਂ ਮੁੱਕ ਗਿਆ। ਇਹ 10 ਸਾਲ ਲਈ ਤੁਸੀਂ ਉਸ ਮਾਲ ਗੱਡੀ 'ਚ ਬਿਠਾ ਦਿੱਤਾ ਜਿਹਦੇ 'ਚ ਨਾ ਰੋਟੀ ਮਿਲੂਗੀ ਨਾ ਪਾਣੀ ਮਿਲੂਗੀ, ਜੋ ਪੱਲੇ ਆ ਉਹ ਵੀ ਖਰਚ ਹੋ ਜਾਊਗਾ। ਮੈਂ ਸਮਝਦਾ ਵਾਂ ਕਿ ਮੈਂ ਲੜਾਈ ਲੜ ਰਿਹਾ ਵਾਂ ਕਿ ਇਹ ਕੇਸ ਕੈਂਸਲ ਕਰਾਵਾਂਗਾ ਸਰਕਾਰ ਤੋਂ। ਇਹ ਸਰਕਾਰ ਕੋਲ ਇਹ ਬੱਚੇ ਸਾਡੇ ਕ੍ਰਿਮੀਨਲ ਨਹੀਂ ਸੀਗੇ, ਇਹ ਸਰਕਾਰ ਨੇ ਜੇ ਕੇਸ ਕਰਨੇ ਨੇ ਉਹਨਾਂ ਤੇ ਕਰੋ ਨਾ, ਜਿਨ੍ਹਾਂ ਨੇ ਲਾਲ ਕਿਲੇ ਜਾ ਕੇ ਕੁਝ ਕੀਤਾ 5-7 ਜਣਿਆਂ ਤੇ। ਤੁਸੀਂ 5000 ਬੱਚੇ ਤੇ ਕੇਸ ਪਾ ਦਿੱਤਾ, ਔਰ ਸਰਸਾ ਸਾਹਿਬ ਤੁਸੀਂ ਉਕਸਾ ਕੇ ਕੇਸ ਪਵਾ ਦਿੱਤੇ, ਆਪਣੇ ਲਾਈਵ ਬੰਦ ਕਰਕੇ ਤੁਸੀਂ ਘਰ 'ਚ ਬਹਿ ਜਾਂਦੇ ਹੋ। 26 ਤੇ 27 ਦਾ ਇਹਨਾਂ ਦਾ ਲਾਈਵ ਦਿਖਾਓ ਨਾ ਮੈਨੂੰ। ਹਾਂ, ਜਦੋਂ ਮੈਂ ਜਾ ਕੇ FIR ਕਰਾਈ ਨਾ ਨਿਸ਼ਾਨ ਸਾਹਿਬ ਦੀ, ਉਹਦੇ ਬਾਅਦ ਆਪਣੇ ਘਰੋਂ ਅੱਧੇ ਘੰਟੇ ਬਾਅਦ ਲਾਈਵ ਪਾਉਂਦੇ ਨੇ ਕਿ ਅਸੀਂ ਛੱਡਾਂਗੇ ਨਹੀਂ, ਅਸੀਂ ਇਹ ਨਹੀਂ ਕਰਾਂਗੇ, ਉਹ ਨਹੀਂ ਕਰਾਂਗੇ। ਲੇਕਿਨ ਪ੍ਰੈਕਟੀਕਲੀ ਜਿਹੜੇ ਕੰਮ ਸੀਗੇ ਅੱਜ ਤੱਕ, ਜਾਂ ਜ਼ੀ ਨਿਊਜ਼ ਦਾ ਮੂੰਹ ਬੰਦ ਕਰਨਾ ਜਿਹਨੂੰ ਗੋਦੀ ਮੀਡੀਆ ਕਹਿੰਦੇ ਹੋ, ਪ੍ਰੈਕਟੀਕਲ ਕੰਮ ਇਹ ਸੀ ਕੰਗਨਾ ਰਣੌਤ ਦਾ ਜ਼ਹਿਰ ਖਤਮ ਕਰਨਾ, ਉਹਦਾ ਟਵਿੱਟਰ ਅਕਾਊਂਟ ਕੈਂਸਲ ਕਰਾਉਣਾ। ਪ੍ਰੈਕਟੀਕਲ ਕੰਮ ਇਹ ਸੀਗਾ ਕਿ ਜਿਹੜੇ ਗੁਰਧਾਮਾਂ ਦੇ ਉੱਤੇ ਹਮਲੇ ਦੀ ਜਾਂ ਦੂਜੀਆਂ ਸੰਭਾਵਨਾ ਬਣਦੀਆਂ ਪਈਆਂ ਸੀ ਸਿੱਖਾਂ ਤੇ ਹਮਲੇ ਦੀ, ਉਸ ਨੂੰ ਬ੍ਰੇਕ ਲਵਾਉਣਾ। ਉਸ ਬ੍ਰੇਕ ਲਵਾਉਣ ਦੇ ਵਿੱਚ ਅਸੀਂ ਕਾਮਯਾਬ ਹੋਏ ਹਾਂ। ਜੀ ਸਾਹਿਬ, ਮੈਨੂੰ ਕੋਈ ਹੋਰ ਦੱਸਿਓ, ਉਹਨਾਂ ਦਿਨਾਂ ਦੀ ਉਹ ਘਟਨਾ ਹੈ, ਕਿਉਂਕਿ ਇੱਕ ਪਾਸੇ ਸਰਹੱਦ ਦੇ ਉੱਤੇ ਤੁਹਾਨੂੰ ਪਤਾ ਸੋਨੀਪਤ ਦੀ ਘਟਨਾ ਹੈ, ਇੰਡਸਟਰੀਅਲ ਏਰੀਏ ਦੇ ਵਿੱਚ ਨੌਦੀਪ ਤੇ ਸ਼ਿਵ ਕੁਮਾਰ ਚੁੱਕੇ ਜਾਂਦੇ ਹੈ। ਤੁਹਾਨੂੰ ਪਤਾ ਕਿ ਉਹਨਾਂ ਦੇ ਵੀ ਧਾਰਾਵਾਂ ਸਗੀਨ ਲਗਾਈਆਂ ਜਾਂਦੀਆਂ ਨੇ, ਉਹਦੀ ਚਾਰਾਜੋਈ ਕੀਤੀ ਜੀ ਤੁਸੀਂ ਕੋਈ? ਕਮਾਲ ਹੈ ਜੀ, ਬਹੁਤ ਵਧੀਆ ਸਵਾਲ ਪੁੱਛ ਲਿਆ, ਬਹੁਤ ਵਧੀਆ ਸਵਾਲ ਪੁੱਛਿਆ। ਨੌਦੀਪ ਕੌਰ ਦੀ ਸਭ ਤੋਂ ਪਹਿਲਾਂ ਪ੍ਰੈਸ ਕਾਨਫਰੰਸ ਮੈਂ ਕੀਤੀ, ਕਿਸੇ ਨੂੰ ਪਤਾ ਹੀ ਨਹੀਂ ਸੀ ਨੌਦੀਪ ਕੌਰ ਦਾ। ਮੈਂ ਜਦੋਂ ਪ੍ਰੈਸ ਕਾਨਫਰੰਸ ਕੀਤੀ, ਨਾਲ ਹੀ ਮੈਂ ਚਿੱਠੀ ਲਿਖੀ ਉਹਦੀ
ਹਰਿਆਣੇ ਦੇ ਸੀਐਮ ਨੂੰ, ਕਿਉਂਕਿ ਸੋਨੀਪਤ ਹਰਿਆਣੇ 'ਚ ਹੁੰਦਾ, ਕਿ ਤੇਰੀ ਪੁਲਿਸ ਨੇ ਗਲਤ ਕੇਸ ਪਾਇਆ ਨੌਦੀਪ ਕੌਰ ਤੇ। ਉਹ ਇੱਕ ਸੋਸ਼ਲ ਐਕਟਿਵਿਸਟ ਹੈ, ਲੇਬਰ ਰਾਈਟਸ ਵਾਸਤੇ ਲੜਦੀ ਹੈ। ਕੁੰਡਲੀ ਜਿਹੜੀ ਇੰਡਸਟਰੀਅਲ ਐਸੋਸੀਏਸ਼ਨ ਹੈ, ਉਹ ਨੌਦੀਪ ਕੌਰ ਨੂੰ ਮਾਰਨਾ ਤੇ ਫਸਾਣਾ ਚਾਹੁੰਦੀ ਸੀ। ਉਹ ਕਿਸਾਨੀ ਮੋਰਚੇ ਨਾਲ ਜੋੜ ਕੇ ਉਸ ਤੇ ਉਹਨਾਂ ਨੇ ਕੇਸ ਪਵਾਇਆ ਔਰ ਪੁਲਿਸ ਦੇ ਵਿੱਚ ਟਾਰਚਰ ਕੀਤਾ। ਜਿੱਦਣ ਮੈਂ ਕੇਸ ਚੁੱਕਦਾ ਵਾਂ ਉਦਣ ਜਿਹੜੀ ਕਮਲਾ ਹੈਰਿਸ ਹੈ, ਵਾਈਸ ਪ੍ਰੈਜ਼ੀਡੈਂਟ ਆਫ ਅਮਰੀਕਾ, ਉਹਦੀ ਭਤੀਜੀ ਕਿ ਭਾਣਜੀ ਸੀਗੀ ਜਿਹੜੀ ਮੀਰਾ ਹੈਰਿਸ ਕੀ ਨਾਂ ਸੀ, ਉਹ ਟਵੀਟ ਕਰਦੀ, ਉੱਥੋਂ ਦੀ ਇਹ ਕੇਸ ਚੁੱਕਿਆ ਜਾਂਦਾ। ਮੇਰਾ ਇੱਕ ਮਿੰਟ ਬੈਗ ਲਿਆਣਾ, ਮੈਂ ਤੁਹਾਨੂੰ ਇੱਕ ਲੈਟਰ ਦਿਖਾਣਾ ਚਾਹੁੰਦਾ ਵਾਂ ਜਿਹੜਾ ਹਰਿਆਣੇ ਦੇ ਮੁੱਖ ਮੰਤਰੀ ਨੇ ਮੈਨੂੰ ਭੇਜਿਆ ਕਿ ਮੈਂ ਡੀਜੀਪੀ ਨੂੰ ਇੰਸਟਰਕਸ਼ਨਸ ਦੇ ਦਿੱਤੀਆਂ ਨੇ ਕਿ ਮਨਜੀਤ ਸਿੰਘ ਜਿਹੜੇ ਇਲਜ਼ਾਮ ਲਾ ਰਿਹਾ ਹੈ ਕਿ ਨੌਦੀਪ ਤੇ ਗਲਤ ਕੇਸ ਪਾਏ ਗਏ ਨੇ, ਇਹਦੀ ਇਨਕੁਆਇਰੀ ਕੀਤੀ ਜਾਏ ਔਰ ਮਨਜੀਤ ਸਿੰਘ ਨੂੰ ਬੁਲਾ ਕੇ ਉਸ ਨੂੰ ਸੈਟੀਸਫਾਈ ਕਰਾਇਆ ਜਾਵੇ ਕਿ ਇਹ ਕੇਸ ਠੀਕ ਪਾਇਆ ਕਿ ਗਲਤ ਪਾਇਆ। ਨੰਬਰ 1। ਨੰਬਰ 2, ਇਹੀ ਲੈਟਰ ਮੈਂ ਪਾਣਾ ਵਾ ਹੋਮ ਮਿਨਿਸਟਰ ਆਫ ਇੰਡੀਆ ਨੂੰ ਔਰ ਥਾਵਰ ਚੰਦ ਗਹਿਲੋਟ ਜਿਹੜਾ ਲੇਬਰ ਮਿਨਿਸਟਰ ਹੈ ਔਰ ਜਿਹੜਾ ਲੇਬਰ ਐਂਡ ਵੈਲਫੇਅਰ ਸੋਸ਼ਲ ਵੈਲਫੇਅਰ ਦਾ ਮਿਨਿਸਟਰ ਹੈ, ਮੈਂ ਉਹਨਾਂ ਨੂੰ ਪਾਣਾ। ਉਹਨਾਂ ਦੀ ਚਿੱਠੀਆਂ ਜਾਂਦੀਆਂ ਨੇ ਡੀਜੀਪੀ ਨੂੰ ਔਰ ਡੀਜੀਪੀ ਇੰਸਟਰਕਸ਼ਨ ਕਰਦਾ ਐਸਐਸਪੀ ਜਿਹੜਾ ਸੋਨੀਪਤ ਦਾ ਕਿ ਮਨਜੀਤ ਸਿੰਘ ਨੂੰ ਬੁਲਾ ਕੇ ਔਰ ਐਕਸ਼ਨ ਲਿਆ ਜਾਵੇ, ਜਿਹੜਾ ਐਕਸ਼ਨ ਮਨਜੀਤ ਸਿੰਘ ਕਹਿ ਰਿਹਾ ਕਿ ਅੱਜ ਤੱਕ ਐਕਸ਼ਨ ਨਹੀਂ ਹੋਇਆ। ਹੁਣ ਮੈਂ ਤੁਹਾਨੂੰ ਚਿੱਠੀ ਦੀ ਕਾਪੀ ਵੀ ਦਿਖਾਣਾ, ਮੇਰੇ ਬੈਗ ਦੇ ਵਿੱਚੋਂ ਪਈ ਹੈ, ਜਿਹੜੀ ਮੈਨੂੰ ਸੀਐਮ ਨੇ ਲਿਖੀ ਹੈ ਜਾਂ ਹੋਮ ਮਿਨਿਸਟਰ ਨੇ ਲਿਖੀ ਹੈ। ਇਹ ਕੇਸ ਨੂੰ ਸਭ ਤੋਂ ਪਹਿਲੇ ਹਾਈਲਾਈਟ ਮੈਂ ਕਰਦਾ ਵਾਂ ਜੀ। ਅੱਛਾ, ਹੁਣ ਆਪਣੀ ਗੱਲ ਕੁਦਰਤਨ ਇਹ ਚੱਲ ਪਈ ਕਿ ਪੁਲਿਸ ਤੰਤਰ ਦੇ ਨਾਲ ਵਾਹ, ਭਾਵੇਂ ਤੁਸੀਂ ਦੱਸ ਰਹੇ ਹੋ ਕਿ ਸਭ ਤੋਂ ਪਹਿਲ ਕਦਮੀਆਂ ਤੁਸੀਂ ਕਰਦੇ ਰਹੇ, ਪਰ ਅੱਜ ਅਸੀਂ ਜੋ ਖਬਰਾਂ ਵਿੱਚ ਵੇਖਦੇ ਹਾਂ, ਜੋ ਬਾਈਟਸ ਵੇਖਦੇ ਹਾਂ, ਜਦੋਂ ਰਣਜੀਤ ਸਿੰਘ ਬਾਹਰ ਆਉਂਦਾ ਤਾਂ ਮਨਜਿੰਦਰ ਸਿਰਸਾ, ਜਦੋਂ ਨਿਉਦੀਪ ਆਉਂਦੀ ਹੈ ਤਾਂ ਮਨਜਿੰਦਰ ਸਿੰਘ ਸਿਰਸਾ, ਜਦੋਂ ਸ਼ਿਵ ਕੁਮਾਰ ਰਿਹਾ ਹੋ ਕੇ ਜ਼ਮਾਨਤ ਤੇ ਆਉਂਦੇ ਆ ਤਾਂ ਮਨਜਿੰਦਰ ਸਿੰਘ ਸਿਰਸਾ, ਤੇ ਫਿਰ ਮਨਜੀਤ ਸਿੰਘ ਜੀ ਕੇ ਪਿੱਛੇ ਕਿਉਂ ਰਹਿੰਦੀ ਹੈ ਜੀ? ਮੈਂ ਸਮਝਦਾ ਜੀ ਕਿ ਸਾਨੂੰ ਆਦਤ ਨਹੀਂ ਕਿ ਇਹਨਾਂ ਗੱਲਾਂ ਦੀ ਅਸੀਂ ਕੋਈ ਮਾਈਲੇਜ ਲੈਣੀ ਹੈ। ਮੈਂ ਸਮਝਦਾ ਵਾਂ ਕਿ ਸਾਨੂੰ ਸਿਰਫ ਇੱਕੋ ਕੰਮ ਹੈਗਾ ਕਿ ਜਿਹੜਾ ਕੰਮ ਗਲਤ ਹੋਇਆ ਉਸ ਕੰਮ ਨੂੰ ਅਸੀਂ ਕਿਸ ਤਰੀਕੇ ਨਾਲ ਚੁੱਕਣਾ ਹੈਗਾ। ਮੈਂ ਇਹ ਸਮਝਦਾ ਵਾਂ ਕਿ ਇਹ ਜਿਹੜੀ ਤੁਸੀਂ ਗੱਲ ਕਰਦੇ ਪਏ ਹੋ ਟੀਵੀਆਂ ਦੇ ਉੱਤੇ, ਤੇ ਹੈ ਸਿਰਸਾ ਸਾਹਿਬ ਨੇ ਦਿੱਲੀ ਗੁਰਦੁਆਰਾ ਕਮੇਟੀ ਤੋਂ 2 ਸਾਲ ਤੋਂ ਇੱਕ ਟੀਮ ਰੱਖੀ ਹੋਈ ਹੈ। ਉਹ ਟੀਮ ਰੱਖੀ ਹੋਈ ਹੈ ਸੋਸ਼ਲ ਮੀਡੀਆ ਦੀ। 20 ਲੱਖ ਰੁਪਏ ਗੁਰੂ ਦੀ ਗੋਲਕ ਚੋਂ ਜਾ ਰਿਹਾ। ਤੁਸੀਂ ਕੋਈ ਚੈਨਲ ਚੁੱਕ ਲਓ, ਕੋਈ YouTube ਚੁੱਕ ਲਓ, ਕੋਈ ਇੰਸਟਾਗ੍ਰਾਮ ਚੁੱਕ ਲਓ, ਤੁਹਾਨੂੰ ਸਿਰਸਾ ਸਾਹਿਬ ਨਜ਼ਰ ਆਣਗੇ। ਅਸੀਂ ਤਾਂ ਸੜਕ ਤੇ ਰਹਿ ਕੇ ਲੜਦੇ ਪਏ ਹਾਂ, ਲੇਕਿਨ ਅਸੀਂ ਲੜ ਉੱਥੇ ਰਹੇ ਜਿੱਥੇ ਸਰਕਾਰ ਦੇ ਗਿੱਟਿਆਂ 'ਚ ਜਾ ਕੇ ਠੋਕਦੇ ਆ ਜਦੋਂ ਸਰਕਾਰ ਐਕਸ਼ਨ ਨਹੀਂ ਲੈਂਦੀ। ਆਹ ਦੇਖ ਲਓ, ਆਹ ਚਿੱਠੀ ਹੁਣ ਇਸ ਵੇਲੇ ਇਹ ਜਿਹੜੀ ਮੈਂ ਚਿੱਠੀ ਤੁਹਾਨੂੰ ਦਿਖਾ ਰਿਹਾ ਵਾਂ ਤੁਹਾਡੇ ਇਸ ਦੇ ਉੱਤੇ, ਇਹ ਮੇਰਾ ਖਿਆਲ ਜੇ ਤੁਸੀਂ ਪੜ੍ਹ ਸਕਦੇ ਹੋ ਕਿਸੇ ਤਰੀਕੇ ਫੋਕਸ ਕਰਕੇ, ਇਹ ਦੇਖੋ ਜਰਾ ਇਹ ਚਿੱਠੀ ਤੇ ਕੀ ਲਿਖਿਆ ਹੋਇਆ। ਇਹ ਸੀਐਮ ਜਿਹੜਾ ਹੈਗਾ ਹਰਿਆਣੇ ਦਾ, ਉਹ ਡੀਜੀਪੀ ਨੂੰ ਲਿਖ ਰਿਹਾ ਹੈ ਔਰ ਮੇਰੀ ਸ਼ਿਕਾਇਤ ਦੇ ਉੱਤੇ ਉਹ ਇੰਸਟਰਕਸ਼ਨਸ ਦੇ ਰਿਹਾ ਹੈ ਕਿ ਤੁਸੀਂ ਮਿਹਰਬਾਨੀ ਕਰਕੇ ਨੌਦੀਪ ਕੌਰ ਦੇ ਕੇਸ ਦੇ ਵਿੱਚ ਜਿਹੜਾ ਹੈ, ਮੈਂ ਜੇ ਕਹੋ ਤੇ ਇੱਕ ਵਾਰੀ ਮੈਂ ਤੁਹਾਨੂੰ ਨਾ ਪੜ੍ਹ ਕੇ ਸੁਣਾ ਦੇਣਾ ਸਬਜੈਕਟ ਕੀ ਹੈ ਚਿੱਠੀ ਦਾ। ਜਿਹੜਾ ਸਬਜੈਕਟ ਹੈ ਨਾ, ਮੈਂ ਸਬਜੈਕਟ ਪੜ੍ਹ ਦਿੰਦਾ। ਇਹ ਡਾਇਰੈਕਟਰ ਜਨਰਲ ਪੁਲਿਸ ਹਰਿਆਣਾ, ਡੀਜੀਪੀ ਹਰਿਆਣਾ, ਉਹ ਲਿਖਦਾ ਰਿਕੁਐਸਟ ਟੂ ਲੁੱਕ ਇਨਟੂ ਦੀ ਕੰਪਲੇਂਟ ਐਲੀਗੇਸ਼ਨ ਆਫ ਮਿਸ ਨੌਦੀਪ ਕੌਰ, ਲੀਡਰ ਆਫ ਮਜ਼ਦੂਰ ਅਧਿਕਾਰ ਸੰਗਠਨ, ਪੁਲਿਸ ਡਿਪਾਰਟਮੈਂਟ ਆਫ ਹਰਿਆਣਾ ਫॉर imposing false allegation in her FIR। ਅੱਗੇ ਕੀ ਲਿਖ ਰਿਹਾ? ਅੱਗੇ ਲਿਖ ਰਿਹਾ please find enclosed here with complaint received from Shri Manjeet Singh White Dairy number 6906 17/2/21 ਨੂੰ along with its enclosure received from the Home Minister of Haryana and Chandigarh, further necessary action as per facts and complaints under the information to the complainant ਨੂੰ ਇਹ ਸਾਰੀ ਚੀਜ਼ ਦੀ ਡਿਟੇਲ ਦਿਓ। ਤੁਸੀਂ ਝੂਠੇ ਕੇਸ ਤੇ ਨਹੀਂ ਪਾਏ। ਇਹ ਮੈਂ ਆਫੀਸ਼ੀਅਲ ਲੈਟਰ ਦਿਖਾ ਰਿਹਾ ਸਰਕਾਰੀ। ਬਿਲਕੁਲ, ਆਪਾਂ ਦਰਸ਼ਕਾਂ ਦੇ ਨਾਲ ਇਹ ਸਾਂਝਾ ਵੀ ਕਰਾਂਗੇ। ਜੀਕੇ ਸਾਹਿਬ, ਹੁਣ ਮੈਨੂੰ ਇੱਕ ਹੋਰ ਗੱਲ ਦੱਸਿਓ, ਸਿੱਖ ਸਿਆਸਤ ਵੱਲ ਨੂੰ ਵਧਣਾ ਚਾਹੁੰਦਾ ਹੈ ਕਿਉਂਕਿ ਇਸ ਵਕਤ ਸਭ ਤੋਂ ਵੱਡਾ ਮੁੱਦਾ ਬਣਿਆ ਸੀ ਤਾਂ ਕਿ ਪਤਾ ਲੱਗੇ ਕਿ ਵਾਕਈ ਕੁਛ ਧਰਾਤਲ ਤੇ ਜ਼ਮੀਨ ਦੇ ਉੱਤੇ ਜ਼ਮੀਨੀ ਹਕੀਕਤਾਂ ਵਿੱਚ ਤੁਸੀਂ ਕੁਝ ਕਰ ਵੀ ਰਹੇ ਹੋ ਜਾਂ ਨਹੀਂ। ਹੁਣ ਮੈਨੂੰ ਇਹ ਦੱਸਿਓ, ਜਦੋਂ ਸਿੱਖ ਸਿਆਸਤ ਦੀ ਗੱਲ ਕਰਦੇ ਹਾਂ, ਬੇਸਿਕਲੀ ਤਾਂ ਸਾਡੇ ਕੋਲ ਸਿਲੈਕਸ਼ਨ ਹੋਣੀ ਚਾਹੀਦੀ ਸੀ, ਇਲੈਕਸ਼ਨ ਹੋਣੀ ਨਹੀਂ ਚਾਹੀਦੀ। ਅਨਫਾਰਚੂਨੇਟਲੀ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਵੀ ਗੁਰੂ ਦੀ ਗੋਲਕ ਵਿੱਚ ਪਾਇਆ ਲੱਖਾਂ ਕਰੋੜਾਂ ਦਾ ਪੈਸਾ ਅਸੀਂ ਇਸ ਇਲੈਕਸ਼ਨ ਤੇ ਲਾਉਣੇ ਆ, ਬਰਬਾਦ ਕਰਦੇ ਹਾਂ, ਤੇ ਫਿਰ ਕਿਸ ਤਰ੍ਹਾਂ ਦੇ ਲੋਕ ਚੁਣ ਕੇ ਸਾਹਮਣੇ ਲਿਆਉਣੇ ਆ, ਦਰਸ਼ਕਾਂ ਨੂੰ ਦੱਸਣ ਦੀ ਜ਼ਰੂਰਤ ਨਹੀਂ। ਤੁਸੀਂ ਵੀ ਦਿੱਲੀ ਵਿੱਚ ਚੋਣਾਂ ਲੜੀਆਂ,
ਮੈਨੂੰ ਉਸ ਵਕਤ ਦਾ ਯਾਦ ਹੈ, ਤੁਹਾਡੇ ਨਾਲ ਕਈ ਮੁਲਾਕਾਤਾਂ ਉਹਨਾਂ ਦਿਨਾਂ ਵਿੱਚ ਵੀ ਕੀਤੀਆਂ ਸੀ। ਇੱਕ ਪਾਸੇ ਡੇਰਾ ਮੁਖੀ ਦੀ ਮੁਆਫੀ ਦਾ ਕੰਮ ਚੱਲ ਰਿਹਾ ਸੀ, ਵਾਦ ਵਿਵਾਦ ਉੱਠਿਆ ਹੋਇਆ ਸੀ, ਤੇ ਦੂਸਰੇ ਪਾਸੇ ਤੁਸੀਂ ਉਹਨਾਂ ਦੀ ਪਾਰਟੀ ਦੇ ਸਿਪਾਹ ਸਲਾਰ, ਨਾ ਤੁਸੀਂ ਸੁਖਬੀਰ ਬਾਦਲ ਦੀ, ਨਾ ਪ੍ਰਕਾਸ਼ ਬਾਦਲ ਦੀ, ਨਾ ਹਰਸਿਮਰਤ ਕੌਰ ਜੀ ਦੀ, ਨਾ ਕਿਸੇ ਦੀ ਫੋਟੋ ਲਾਉਂਦੇ ਹੋ, ਨਾ ਤੁਸੀਂ ਕਿਸੇ ਨੂੰ ਉੱਥੇ ਰੈਲੀਆਂ ਵਿੱਚ ਸੰਬੋਧਨ ਕਰਨ ਦਿੰਦੇ ਹੋ, ਤਾਂ ਵੀ ਤੁਸੀਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿੱਤਦੇ ਹੋ। ਅਸੀਂ ਉਸੇ ਦਿਨ ਇਹ ਗੱਲ ਕਿਹਾ ਸੀ ਕਿ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਵਿੱਚ ਮਨਜੀਤ ਸਿੰਘ ਜੀਕੇ ਬਾਦਲ ਪਰਿਵਾਰ ਦੀ ਨਾਰਾਜ਼ਗੀ ਦਾ ਸ਼ਿਕਾਰ ਹੋਣਾ। ਆਪਾਂ ਇਸ ਮਸਲੇ ਵੱਲ ਨਾ ਵੀ ਵਧੀਏ, ਪਰ ਮੈਂ ਤੁਹਾਡੇ ਤੋਂ ਜਿਹੜਾ ਸਵਾਲ ਪੁੱਛਣਾ ਚਾਹੁੰਦਾ, ਬਹੁਤ ਦਰਸ਼ਕਾਂ ਦੀ ਇਹ ਮੇਰੇ ਖਿਆਲ ਹੈ ਦਿਲੀ ਤਾਂਘ ਹੋਣੀ ਹੈ। ਤੁਹਾਡੇ ਉੱਤੇ ਗਬਨ ਦੇ ਦੋਸ਼ ਲੱਗੇ। ਪਹਿਲੀ ਗੱਲ ਤਾਂ ਆਪਣੇ ਆਪ ਦੇ ਵਿੱਚ ਬੜੀ ਮੰਦਭਾਗੀ ਗੱਲ ਹੈ ਕਿ ਕਿਸੇ ਵਿਅਕਤੀ ਨੂੰ ਮੁੱਖ ਸੇਵਾਦਾਰ ਦੇ ਅਹੁਦੇ ਤੇ ਬਿਠਾਇਆ ਹੋਵੇ, ਉਹਦੇ ਉੱਤੇ ਭ੍ਰਿਸ਼ਟਾਚਾਰ ਦੇ ਕਰਪਸ਼ਨ ਦੇ ਦੋਸ਼ ਲੱਗਣ, ਤੁਹਾਡੇ ਉੱਤੇ FIR ਵੀ ਦਰਜ ਹੋਈਆਂ। ਸੁਖਬੀਰ ਬਾਦਲ ਹੋਰਾਂ ਨੇ ਵੀ ਇਹ ਕਈ ਬਿਆਨ ਦਿੱਤੇ, ਦਰਸ਼ਕਾਂ ਨੂੰ ਚੇਤੇ ਹੋਣਾ। ਇਸ ਮਸਲੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕਿਉਂਕਿ ਤੁਹਾਡੇ ਤੇ ਗਬਨ ਦੇ ਦੋਸ਼ ਲੱਗੇ, ਕਰਪਸ਼ਨ ਦੇ ਦੋਸ਼ ਲੱਗੇ ਤੇ FIR ਵੀ ਹੋਈਆਂ। ਤੁਸੀਂ ਬਿਲਕੁਲ ਠੀਕ ਕਿਹਾ ਕਿ 2017 4 ਫਰਵਰੀ ਨੂੰ ਪੰਜਾਬ ਵਿਧਾਨ ਸਭਾ ਦੀ ਚੋਣਾਂ ਸੀ। ਉਸੇ ਮਹੀਨੇ 26 ਫਰਵਰੀ ਨੂੰ ਮੇਰੀ ਦਿੱਲੀ ਗੁਰਦੁਆਰਾ ਕਮੇਟੀ ਦੀ 2017 ਦੀਆਂ ਚੋਣਾਂ ਸੀਗੀਆਂ। ਮੇਰੀ ਡਿਊਟੀ ਬਠਿੰਡੇ ਲੱਗੀ ਹੋਈ ਸੀਗੀ। 31 ਤਰੀਕ ਨੂੰ ਬਿਆਨ ਦਿੰਦਾ ਹੈ ਡੇਰੇ ਦਾ ਮੁਖੀ ਜਿਹੜਾ ਹੈਗਾ ਕਿ ਅਸੀਂ ਅਕਾਲੀ ਦਲ ਨੂੰ ਅਨਕੰਡੀਸ਼ਨਲ ਸਪੋਰਟ ਦੇ ਰਹੇ ਹਾਂ। ਮੈਂ ਬਠਿੰਡੇ ਪ੍ਰੈਸ ਕਾਨਫਰੰਸ ਕਰਕੇ ਉਹਦੀ ਨਿਖੇਧੀ ਕਰਦਾ ਕਿ ਸਾਨੂੰ ਡੇਰੇ ਦੀ ਸਪੋਰਟ ਨਹੀਂ ਚਾਹੀਦੀ। ਅਗਰ ਡੇਰੇ ਦੀ ਸਪੋਰਟ ਨਾਲ ਅਕਾਲੀ ਦਲ ਜਿੱਤਦਾ ਹੋਵੇ ਤੇ ਉਹਨੂੰ ਹਾਰਨਾ ਮਨਜ਼ੂਰ ਹੈ। ਅਕਾਲ ਤਖਤ ਸਾਹਿਬ ਤੋਂ ਬੈਨ ਲੱਗਾ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਹੈ, ਦਸਮ ਪਿਤਾ ਦੀ ਇਸਨੇ ਨਕਲ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਸੁਖਬੀਰ ਸਿੰਘ ਬਾਦਲ ਮੈਨੂੰ ਫੋਨ ਕਰਦਾ, ਕਿਉਂਕਿ ਸਰਸਾ ਸਾਹਿਬ ਉਹਦੇ ਐਡਵਾਈਜ਼ਰ ਸੀ, ਦੋਵੇਂ ਇਕੱਠੇ ਘੁੰਮਦੇ ਸੀਗੇ। ਸੋ ਸਰਸੇ ਨੇ ਕਿਹਾ ਕਿ ਮਨਜੀਤ ਨੇ ਪਾਰਟੀ ਦੇ ਖਿਲਾਫ ਬਿਆਨ ਦਿੱਤੇ ਨੇ। ਸੁਖਬੀਰ ਬਾਦਲ ਮੈਨੂੰ ਫੋਨ ਕਰਦਾ 1 ਤਰੀਕ ਨੂੰ। ਸੁਖਬੀਰ ਸਿੰਘ ਬਾਦਲ ਆਖਦੇ ਨੇ ਕਿ ਮਨਜੀਤ ਤੁਸੀਂ ਬੋਲੇ ਹੋ ਡੇਰੇ ਦੇ ਖਿਲਾਫ। ਮੈਂ ਕਿਹਾ ਜੀ ਮੈਂ ਬੋਲਿਆ ਵਾਂ। ਕਿਉਂ ਬੋਲੇ ਹੋ? ਮੈਂ ਕਿਹਾ ਜੀ ਅਕਾਲ ਤਖਤ ਦੇ ਬੈਨ ਲਾਇਆ, ਉਹਦੀ ਸਪੋਰਟ ਲੈ ਕੇ ਅਸੀਂ ਲੋਕਾਂ ਨੂੰ ਕੀ ਮੂੰਹ ਦਿਖਾਵਾਂਗੇ, ਅਸੀਂ ਇੱਕ ਧਾਰਮਿਕ ਪਾਰਟੀ ਹਾਂ। ਕਹਿੰਦਾ ਤੁਸੀਂ ਇਲੈਕਸ਼ਨ ਪ੍ਰੋਸੈਸ ਛੋੜ ਕੇ ਦਿੱਲੀ ਚਲੇ ਜਾਓ ਔਰ ਤੁਸੀਂ ਜਾ ਕੇ ਆਪਣਾ ਦਿੱਲੀ ਦਾ ਕੰਮ ਦੇਖੋ, ਤੁਹਾਨੂੰ ਕੋਈ ਲੋੜ ਨਹੀਂ। ਮੈਂ ਸਪੋਕਸਪਰਸਨ ਵੀ ਸੀ ਪਾਰਟੀ ਦਾ। ਮੈਨੂੰ ਆਖਦੇ ਕਿ ਤੁਹਾਨੂੰ ਕੋਈ ਲੋੜ ਨਹੀਂ ਹੈਗੀ ਕਿਸੇ ਵੀ ਬਿਆਨ ਨੂੰ ਹੁਣ ਦੇਣ ਦੀ, ਨਾ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਕੋਈ ਹਿੱਸਾ ਲੈਣ ਦੀ। ਮੈਂ ਆਪਣਾ ਬੋਰੀ ਬਿਸਤਰਾ ਚੁੱਕਦਾ ਬਠਿੰਡਿਓ ਮੈਂ ਦਿੱਲੀ ਆ ਜਾਂਦਾ ਵਾਂ। ਇਹ ਰੋਸ ਉਹਨਾਂ ਨੂੰ ਸੀਗਾ। ਬਾਈਬਲ ਕਲਾਂ ਦੀ ਗੋਲੀ ਦਾ, ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਬੇਅਦਬੀ ਹੋਈ ਸੀ ਉਹਦੇ 'ਚ ਮੈਂ ਪਾਰਟੀ 'ਚ ਆਪਣੀ ਆਵਾਜ਼ ਚੁੱਕੀ, ਉਹਨਾਂ ਨੂੰ ਰੋਸ ਸੀ। ਲੇਕਿਨ ਸਭ ਤੋਂ ਜ਼ਿਆਦਾ ਰੋਸ ਉਦੋਂ ਵੱਧ ਗਿਆ ਜਦੋਂ 4 ਤਰੀਕ ਨੂੰ ਇਹ ਵੋਟਾਂ ਭੁਗਤਾ ਕੇ 5 ਤਰੀਕ ਨੂੰ ਦਿੱਲੀ ਆਉਂਦੇ ਨੇ। ਸਭ ਤੋਂ ਪਹਿਲੇ ਢੀਂਡਸਾ ਸਾਹਿਬ ਦਿੱਲੀ ਆਉਂਦੇ ਨੇ, ਉਹ ਪ੍ਰਭਾਰੀ ਸੀ ਦਿੱਲੀ ਦੇ। ਮੇਰੀ ਉਹਨਾਂ ਨਾਲ ਮੀਟਿੰਗ ਹੁੰਦੀ ਹੈ। ਉਸ ਮੀਟਿੰਗ ਦੇ ਵਿੱਚ ਮੈਂ ਢੀਂਡਸਾ ਸਾਹਿਬ ਨੂੰ ਕਹਿੰਦਾ ਜੀ ਤੁਹਾਡੇ ਉੱਤੇ ਚਿੱਟੇ ਦਾ, ਤੁਹਾਡੇ ਉੱਤੇ ਗੁਰੂ ਗ੍ਰੰਥ ਸਾਹਿਬ ਦਾ, ਡੇਰਾ ਮਾਫੀ ਦਾ, ਬਾਈਬਲ ਕਲਾਂ ਦਾ ਇਹ ਇਲਜ਼ਾਮ ਨੇ ਔਰ ਦਿੱਲੀ ਦੇ ਸਿੱਖ ਜਿਹੜੇ ਧਾਰਮਿਕ ਸਿੱਖ ਨੇ ਇਹਨਾਂ ਨੇ ਬਰਦਾਸ਼ਤ ਨਹੀਂ ਕਰਨਾ। ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਤੁਸੀਂ ਦਿੱਲੀ 'ਚ ਨਾ ਚਰਨ ਪਾਓ ਔਰ ਦਿੱਲੀ 'ਚੋਂ ਸਾਰਾ ਕੁਝ ਇੱਥੋਂ ਦੀ ਵਾਪਸ ਲੈ ਜਾਓ। ਕਹਿੰਦੇ ਮਨਜੀਤ ਇਹ ਕਿੱਦਾਂ ਮੰਨੂਗਾ, ਇਹ ਸੁਖਬੀਰ ਤਾਂ ਕਦੀ ਵੀ ਬਰਦਾਸ਼ਤ ਨਹੀਂ ਕਰੇਗਾ। ਮੈਂ ਕਿਹਾ ਜੀ ਬਿਲਕੁਲ ਠੀਕ ਹੈ, ਨਾ ਬਰਦਾਸ਼ਤ ਕਰੋ, ਫਿਰ ਆ ਕੇ ਦਿੱਲੀ 'ਚ ਇਲੈਕਸ਼ਨ ਲੜੋ। ਉਹਦਾ ਜੋ ਨਤੀਜਾ ਹੋਏਗਾ ਉਹਦਾ ਜ਼ਿੰਮੇਵਾਰ ਮੈਂ ਨਹੀਂ ਹੋਵਾਂਗਾ, ਉਹਦੇ ਜ਼ਿੰਮੇਵਾਰ ਤੁਸੀਂ ਹੋਵੋਗੇ। ਅਗਲੇ ਦਿਨ ਸੁਖਬੀਰ ਆ ਜਾਂਦਾ 6 ਤਰੀਕ ਨੂੰ। 8 ਤਰੀਕ ਨੂੰ ਲਾਸਟ ਨੋਮੀਨੇਸ਼ਨ ਸੀ ਸਾਡੇ ਪੇਪਰ ਫਾਈਲ ਕਰਨ ਦੀ, 8 ਫਰਵਰੀ ਨੂੰ। ਉਹ ਸੁਖਬੀਰ ਆ ਜਾਂਦੇ ਦਿੱਲੀ, ਮੀਟਿੰਗ ਹੁੰਦੀ ਹੈ। ਕੁਦਰਤੀ ਉਹ ਮੀਟਿੰਗ ਦੇ ਵਿੱਚ ਡਾਕਟਰ ਜਸਪਾਲ ਸਿੰਘ ਵਾਈਸ ਚਾਂਸਲਰ ਔਰ ਸਾਰ ਤਰਲੋਚਨ ਸਿੰਘ ਜਿਹੜੇ ਫਾਰਮਰ MP ਨੇ, ਇਹਨਾਂ ਨੂੰ ਬੁਲਾ ਲਿਆ ਜਾਂਦਾ। ਭੁੰਦਰ ਸਾਹਿਬ ਵੀ ਹੁੰਦੇ ਨੇ। ਉਹ ਜਦੋਂ ਮੈਂ ਆਪਣੀ ਗੱਲ ਰੱਖਦਾ ਤੇ ਤਰਲੋਚਨ ਸਿੰਘ ਤੇ ਡਾਕਟਰ ਜਸਪਾਲ ਸਿੰਘ ਮੈਨੂੰ ਸਪੋਰਟ ਕਰਦੇ ਨੇ। ਕਹਿੰਦੇ ਸੁਖਬੀਰ ਜੀ ਜੋ ਮਨਜੀਤ ਕਹਿ ਰਿਹਾ ਇਸ ਨੂੰ ਇਲੈਕਸ਼ਨ ਲੜ ਲਿੱਤੀ ਜਾਵੇ। ਜੇ ਅਕਾਲੀ ਦਲ ਇਹਦੀ ਪਿੱਠ ਤੇ ਆਇਆ ਤੇ ਅਕਾਲੀ ਦਲ ਦੇ ਜਵਾਬ ਮਨਜੀਤ ਨਹੀਂ ਦੇ ਪਾਏਗਾ, ਨਾ ਤੁਹਾਨੂੰ ਦਿੱਲੀ ਦੇ ਸਿੱਖਾਂ ਨੇ ਵੋਟਾਂ ਪਾਣੀਆਂ ਨੇ। ਮਨਜੀਤ ਨੇ ਜਿਹੜੇ ਕੰਮ ਕੀਤੇ ਨੇ 2013 ਤੋਂ 17 ਚੋਂ ਏਡੇ ਵੱਡੇ ਕੰਮ ਨੇ ਕਿ ਦਿੱਲੀ ਦੇ ਵਿੱਚ ਇਹਦੀ ਗੱਲ ਸੁਣੀ ਜਾਂਦੀ ਹੈ। ਮੈਂ ਇਲੈਕਸ਼ਨ ਜਿੱਤ ਗਿਆ, ਇਹਨਾਂ ਦੀ ਫੋਟੋ ਤੱਕ ਨਹੀਂ ਲਾਈ, ਇਹਨਾਂ ਨੂੰ ਦਿੱਲੀ ਵੜਨ ਨਹੀਂ ਦਿੱਤਾ, ਇਹਨਾਂ ਦਾ ਬੋਰੀ ਬਿਸਤਰਾ ਮੈਂ ਵਾਪਸ ਭੇਜਤਾ ਪੰਜਾਬ। ਉਹ ਚਿੜ ਜਿਹੜੀ ਸੀ, ਜਿਹੜੀ ਗੱਲ ਤੁਸੀਂ ਕਹੀ ਹੈ, ਇਹ ਉਹ ਜਿਹੜੀ ਸੀਗੀ ਕਿ ਇਹਨਾਂ ਨੇ ਲੱਗਿਆ ਕਿ ਇਹ ਮਨਜੀਤ ਸਿੰਘ ਏਡਾ ਵੱਡਾ ਲੀਡਰ ਬਣ ਗਿਆ। ਹੁਣ ਮੈਂ ਬਾਹਰਲੇ ਮੁਲਕਾਂ 'ਚ ਜਾਂਦਾ ਸੀ, ਅਕਾਲੀ ਦਲ 'ਚ ਤਾਂ ਕੋਈ ਨਹੀਂ ਜਾਂਦਾ ਸੀ। ਮੈਂ ਕੈਨੇਡਾ ਆਇਆ ਵਾਂ, ਮੈਂ ਅਮਰੀਕਾ ਆਇਆ, ਮੈਂ ਜਰਮਨੀ ਗਿਆ, ਪੈਰਿਸ ਗਿਆ, ਲੰਡਨ ਗਿਆ। ਕਈ ਜਗ੍ਹਾ ਤੇ 5-5 ਹਜ਼ਾਰ ਬੰਦੇ 'ਚ ਬੋਲਿਆ, ਕਿਤੇ 500 ਬੰਦੇ 'ਚ ਬੋਲਿਆ, ਤੇ ਕਿਤੇ ਮੇਰੇ ਤੇ ਹਮਲੇ ਕੀਤੇ ਗਏ ਬਾਹਰ ਵੀ, ਕਿਉਂਕਿ ਜਿਹੜੇ ਖਾਲਿਸਤਾਨੀ ਸੀ ਇਹ ਪੰਨੂ ਵਰਗੇ, ਇਹਨਾਂ ਨੇ ਮੇਰੇ ਤੇ ਹਮਲੇ ਵੀ ਕੀਤੇ। ਨਾ ਤੇ ਮੈਂ ਹਮਲਿਆਂ ਤੋਂ ਡਰਦਾ, ਨਾ ਮੈਂ ਗੋਲੀ ਤੋਂ ਡਰਦਾ, ਨਾ ਮੈਂ ਮੌਤ ਤੋਂ ਡਰਦਾ। ਬਾਦਲਾਂ ਨੂੰ ਇਹ ਤਕਲੀਫ ਸੀਗੀ ਕਿ ਬਾਹਰ ਜਾ ਕੇ ਵੀ ਸਿੱਖਾਂ ਦੇ ਵਿੱਚ ਵਿਚਰਦਾ ਹੈਗਾ, ਉਹਨਾਂ ਅੰਦਰ ਹੋਟਲਾਂ 'ਚ ਰਹਿ ਕੇ ਵਾਪਸ ਨਹੀਂ ਆ ਜਾਂਦਾ। ਇਹ ਬਾਹਰ ਜਾ ਕੇ ਆਪਣੀ ਗੱਲ ਵੀ ਕਰਦਾ। ਦਿੱਲੀ ਦੇ ਵਿੱਚ ਸਾਡੇ ਤੋਂ ਬਗੈਰ ਇਲੈਕਸ਼ਨ ਜਿੱਤ ਗਿਆ ਤੇ ਇਹਨਾਂ ਨੇ ਕਦੀ ਵੀ ਕਿਸੇ ਬੰਦੇ ਨੂੰ ਆਪਣੇ ਤੋਂ ਉੱਤੇ ਨਹੀਂ ਨਿਕਲਣ ਦਿੱਤਾ। ਉਹਦੇ 'ਚ ਭਾਵੇਂ ਤਲਵੰਡੀ ਸਾਹਿਬ ਹੋਣ, ਉਹਦੇ 'ਚ ਭਾਵੇਂ ਟੋੜਾ ਸਾਹਿਬ ਹੋਣ, ਉਹਦੇ 'ਚ ਭਾਵੇਂ ਵਡਾਲਾ ਸਾਹਿਬ ਹੋਣ,
ਉਹਦੇ 'ਚ ਵੱਡੇ ਸੰਤ ਫਤਿਹ ਸਿੰਘ ਨੂੰ ਕਿੱਦਾਂ ਇਹਨਾਂ ਨੇ ਖਤਮ ਕੀਤਾ ਹੋਊਗਾ, ਗੁਰਨਾਮ ਸਿੰਘ ਨੂੰ ਕਿੱਦਾਂ ਇਹਨਾਂ ਨੇ ਖਤਮ ਕੀਤਾ ਹੋਏਗਾ, ਸੁਰਜੀਤ ਸਿੰਘ ਬਰਨਾਲੇ ਨੂੰ ਇਹਨਾਂ ਨੇ ਕਿੱਦਾਂ ਖਤਮ ਕੀਤਾ ਹੋਏਗਾ। ਮੈਂ ਸਮਝਦਾ ਇਹਨਾਂ ਦੀ ਇੱਕ ਚਾਲ ਹੁੰਦੀ ਸੀਗੀ ਕਿ ਇੱਕ ਬੰਦੇ ਨੂੰ ਅਗਰ ਉਸ ਲਿਮਿਟ ਤੋਂ ਪਾਰ ਜਾ ਰਿਹਾ ਤਾਂ ਉਸਦੇ ਪਰ ਕੱਟਣੇ ਜ਼ਰੂਰੀ ਹੈ। ਮੇਰੇ ਤੇ ਝੂਠੇ ਕੇਸ ਪਾਏ ਗਏ। ਹੁਣ ਆ ਜਾਓ ਤੁਸੀਂ ਕਰਪਸ਼ਨ ਦੀ ਗੱਲਾਂ ਤੇ। ਇਹ ਸਾਜ਼ਿਸ਼ ਦੇ ਅਧੀਨ ਸਰਸਾ, ਮਨਜਿੰਦਰ ਤੇ ਮਜੀਠੀਆ, ਇਹਨਾਂ ਨੇ ਆਪਣਾ ਸੁਖਬੀਰ, ਇਹਨਾਂ ਨੇ ਇਹ ਸੋਚ ਲਿਆ ਕਿ ਮਨਜੀਤ ਸਿੰਘ ਨੂੰ ਕੱਟ ਟੂ ਸਾਈਜ਼ ਕਰਨਾ ਜ਼ਰੂਰੀ ਹੈ, ਇਹਦੇ ਪਰ ਕੱਟਣੇ ਜ਼ਰੂਰੀ ਹੈ। ਮੇਰੇ ਤੇ ਝੂਠੇ ਕਾਗਜ਼ ਬਣਾ ਕੇ ਇਲਜ਼ਾਮ ਲਗਾਏ ਗਏ ਔਰ ਜਿਸ ਦਿਨ ਮੇਰੇ ਤੇ ਕੰਪਲੇਂਟ ਹੁੰਦੀ ਹੈ, FIR ਕੰਪਲੇਂਟ ਹੁੰਦੀ ਹੈ, ਮੈਂ ਅਸਤੀਫਾ ਦਿੰਦਾ ਵਾ ਗੁਰਦੁਆਰਾ ਕਮੇਟੀ ਤੋਂ, ਚਾਰਜ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੂੰ ਦਿੰਦਾ ਵਾ ਔਰ ਮੈਂ ਆਖਦਾ ਕਿ ਮੈਂ ਇਸ ਕੁਰਸੀ ਤੇ ਨਹੀਂ ਸਕਦਾ। ਅਗਰ ਮੈਂ ਬੈਠਾਂਗਾ ਤੇ ਲੋਕੀ ਕਹਿਣਗੇ ਕਿ ਇਹ ਮੈਨੂਪੂਲੇਟ ਕਰ ਰਿਹਾ, ਇਨਕੁਆਇਰੀ ਨਹੀਂ ਹੋ ਸਕਦੀ, ਇਹ ਨਹੀਂ ਹੋ ਸਕਦਾ, ਉਹ ਨਹੀਂ ਹੋ ਸਕਦਾ। ਮੈਂ ਅਸਤੀਫਾ ਦੇ ਦਿੰਦਾ ਵਾ ਅਕਤੂਬਰ 2018 ਚ। ਧਿਆਨ ਨਾਲ ਸੁਣਿਓ ਜੀ, ਅਕਤੂਬਰ ਐਂਡ ਜਾਂ ਨਵੰਬਰ ਬਿਗਨਿੰਗ। ਮੇਰੇ ਤੇ FIR ਜਨਵਰੀ ਚ ਹੋ ਰਹੀ ਹੈ 2019 ਚ। 2018 ਦੀ ਅਕਤੂਬਰ ਨਵੰਬਰ ਚ ਮੈਂ ਅਸਤੀਫਾ ਦੇ ਦਿੰਦਾ। ਜਨਵਰੀ 2020 ਦੇ ਵਿੱਚ 19 ਦੇ ਵਿੱਚ ਮੇਰੇ ਤੇ FIR ਹੋ ਰਹੀ ਹੈ। ਉਹ FIR ਦਾ ਕਲੋਜ਼ਰ ਵੀ ਹੋ ਚੁੱਕਾ। ਦੁਬਾਰਾ ਇਹਨਾਂ ਨੇ ਅਪੀਲ ਪਾਈ ਹੈ, ਉਹਦੀ ਫੇਰ ਇਨਕੁਆਇਰੀ ਚੱਲ ਰਹੀ ਹੈ। ਅੱਜ ਤੱਕ ਕੁਝ ਨਹੀਂ ਮਿਲਿਆ। ਮੇਰਾ ਸਵਾਲ ਸਰਸਾ ਸਾਹਿਬ, ਤੁਹਾਡੇ ਤੇ 3 FIR ਹੋ ਚੁੱਕੀਆਂ ਨੇ, ਤੁਸੀਂ ਅਸਤੀਫਾ ਕਿਉਂ ਨਹੀਂ ਦਿੱਤਾ? ਮੈਂ ਤੇ ਕੰਪਲੇਂਟ ਤੇ ਅਸਤੀਫਾ ਦੇ ਦਿੱਤਾ ਸੀ, FIR ਤਾਂ 3 ਮਹੀਨੇ ਬਾਅਦ ਹੋਈ ਸੀਗੀ। ਤੁਸੀਂ ਕਿਉਂ ਅਸਤੀਫਾ ਨਹੀਂ ਦਿੱਤਾ? ਔਰ ਸਾਥ ਸੁਖਬੀਰ ਸਿੰਘ ਬਾਦਲ, ਤੁਸੀਂ ਆ ਕੇ ਬਿਆਨ ਦਿੰਦੇ ਹੋ ਕਿ ਇਹ ਸਰਕਾਰ, ਕਿਉਂਕਿ ਮਨਜਿੰਦਰ ਸਿੰਘ ਸਿਰਸਾ ਕਿਸਾਨਾਂ ਲਈ ਲੜਦਾ ਪਿਆ, ਤੁਸੀਂ ਕਿਸਾਨਾਂ ਲਈ ਕਿੱਥੇ ਲੜਦੇ ਪਏ ਹੋ? ਅਕਾਲੀ ਦਲ ਨੂੰ ਕੋ ਵੜਨ ਦੇ ਰਿਹਾ? ਮੈਨੂੰ ਇਹ ਦੱਸੇ ਸਰਸਾ ਸਾਹਿਬ ਕੀ ਕਰ ਰਹੇ ਨੇ? ਸਰਸਾ ਸਾਹਿਬ ਲੰਗਰ ਲਾ ਰਹੇ ਨੇ। ਲੰਗਰ ਤਾਂ ਕੋਈ ਗੁਰਦੁਆਰੇ ਦਾ ਪ੍ਰਧਾਨ ਹੋਵੇ, ਕੋਈ ਗ੍ਰੰਥੀ ਸਾਹਿਬ ਵੀ ਹੋਣ, ਤੇ ਲੰਗਰ ਤੇ ਗੁਰੂ ਦੇ ਨੇ। ਪਹਿਲਾਂ ਮੈਨੂੰ ਇਹ ਦੱਸਿਓ, ਜੇ ਤੁਸੀਂ ਅਸਤੀਫਾ ਦਿੱਤਾ ਹੈ ਤਾਂ ਤੁਸੀਂ ਚਾਹੁੰਦੇ ਹੋ ਕਿ ਮਨਜਿੰਦਰ ਸਿੰਘ ਸਿਰਸਾ ਵੀ ਅਸਤੀਫਾ ਦੇਣ? ਮੈਂ ਨਹੀਂ ਚਾਹੁੰਦਾ ਜੀ, ਬਿਲਕੁਲ ਦੇਣਾ ਚਾਹੀਦਾ। ਉਹਨਾਂ ਨੂੰ ਚਿਪਕ ਕੇ ਬਹਿਣਾ ਚਾਹੀਦਾ। ਉੱਥੇ ਬਹਿ ਕੇ ਨਕਲੀ ਕਾਗਜ਼ ਬਣਾ ਕੇ ਮੈਨੂੰ ਫਸਾਉਣ ਦੀ ਸਾਜ਼ਿਸ਼ ਕਰਨੀ ਚਾਹੀਦੀ ਹੈ। ਮੈਂ ਤੁਹਾਨੂੰ ਸਵਾਲ ਕਰਦਾ ਪੁੱਠਾ, ਐਥਿਕਸ ਕੀ ਕਹਿੰਦੇ ਨੇ? ਇਹ ਧਾਰਮਿਕ ਰਾਜਨੀਤੀ ਹੈ। ਮੈਂ ਤੁਹਾਨੂੰ ਸਵਾਲ ਕਰਦਾ ਕਿ ਉਸ ਨੂੰ ਅਸਤੀਫਾ ਦੇ ਕੇ ਬਾਹਰ ਆਉਣਾ ਚਾਹੀਦਾ ਸੀਗਾ ਫੇਅਰ ਐਂਡ ਫਾਈਨ ਨਿਊਟਰਲ ਇਨਵੈਸਟੀਗੇਸ਼ਨ ਵਾਸਤੇ, ਕਿ ਨਹੀਂ ਆਉਣਾ ਚਾਹੀਦਾ ਸੀ? ਬਿਲਕੁਲ, ਕਿਉਂਕਿ ਜੇ ਪਿਰਤ ਤੁਸੀਂ ਪਾਈ ਆ ਤਾਂ ਉਹਨਾਂ ਨੂੰ ਵੀ ਇਸ ਰਾਹ ਤੇ ਤੁਰਨਾ ਚਾਹੀਦਾ ਸੀ। ਅਗਲਾ ਸਵਾਲ ਤੁਹਾਨੂੰ ਫੇਰ ਹੈ, ਬੀਤੇ ਲਗਭਗ 1 ਹਫ਼ਤੇ ਤੋਂ ਮੈਂ ਗੌਰ ਨਾਲ ਤੱਕ ਰਿਹਾ ਦਿੱਲੀ ਦੀ ਸਿੱਖ ਸਿਆਸਤ, ਕਿਉਂਕਿ ਆਮ ਤੌਰ ਤੇ ਅੱਜ ਤੱਕ ਇਸ ਗੱਲ ਦਾ ਰਫੜ ਹੈ ਤੇ ਰੌਲਾ ਪੈਂਦਾ ਆ ਰਿਹਾ ਹੈ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੇਲੇ ਵੀ ਆਵਾਜ਼ ਉੱਠਦੀ ਹੈ ਤੇ ਹੁਣ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੋਂ ਪਹਿਲਾਂ ਫਿਰ ਆਵਾਜ਼ ਉੱਠੀ ਹੈ ਕਿ ਜਿਹੜੀਆਂ ਸਿਆਸੀ ਧਿਰਾਂ ਨੇ, ਭਾਵ ਸਿਆਸੀ ਪਾਰਟੀਆਂ ਨੇ, ਉਹਨਾਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਨਹੀਂ ਲੜਨੀ ਚਾਹੀਦੀ। ਪਰ ਅੱਜ ਮਨਜਿੰਦਰ ਸਿੰਘ ਸਿਰਸਾ ਹੋਰਾਂ ਦੀ ਵੀ ਮੈਂ ਇੱਕ ਵੀਡੀਓ ਦੇਖੀ ਹੈ, ਉਹਨਾਂ ਨੇ ਆਖਿਆ ਕਿ ਕੇਜਰੀਵਾਲ ਨਾਲ ਰਲ ਗਿਆ। ਮੈਨੂੰ ਇਹ ਦੱਸਿਓ ਕਿ ਉਸ ਮਸਲੇ ਦੇ ਉੱਤੇ ਤੁਸੀਂ ਇਸ ਸਫਾਈ 'ਚ ਕੀ ਦੇਣਾ ਚਾਹੁੰਦੇ ਹੋ? ਕਿਉਂਕਿ ਮਨਜਿੰਦਰ ਸਿੰਘ ਸਿਰਸਾ ਹੋਰਾਂ ਦਾ ਇਹ ਕਹਿਣਾ ਹੈ ਕਿ ਮਨਜੀਤ ਸਿੰਘ ਜੀਕੇ ਹੋਰੀ ਜਾਣ ਬੁੱਝ ਕੇ ਇੱਕ ਹੋਰ ਸਿਆਸੀ ਧਿਰ ਦੇ ਨਾਲ ਰਲ ਕੇ ਉਹਨਾਂ ਦੇ ਹੇਠਾਂ ਲੱਗ ਕੇ ਉਹਨਾਂ ਤੋਂ ਇਸ ਤਰ੍ਹਾਂ ਦਾ ਇੱਕ ਬਿਆਨ ਦਿਵਾਉਂਦੇ ਹੈ ਤਾਂ ਕਿ ਮਨਜਿੰਦਰ ਸਿੰਘ ਸਿਰਸਾ ਜਾਂ ਸ਼੍ਰੋਮਣੀ ਅਕਾਲੀ ਦਲ ਚੋਣ ਨਾ ਲੜ ਸਕੇ। ਭਾਜੀ ਇਦਾਂ ਹੈਗਾ, ਪਹਿਲੀ ਤੇ ਗੱਲ, ਸਿਰਸਾ ਸਾਹਿਬ ਤੁਹਾਡੇ ਕਹਿਣ ਦੇ ਨਾਲ ਮੈਂ ਕਿਸੇ ਨਾਲ ਨਹੀਂ ਲੱਗਾ। ਤੁਸੀਂ ਤੇ ਕਦੀ ਮੈਨੂੰ ਕਹਿ ਦਿੰਦੇ ਹੋ ਮੈਂ ਬੀਜੇਪੀ ਦੀ ਝੋਲੀ ਚਲੇ ਗਿਆ ਵਾ। ਗਲਜ ਪਟੇ ਬੀਜੇਪੀ ਦੇ, RSS ਦੇ ਤੁਸੀਂ ਪਾਉਂਦੇ ਹੋ। ਤੁਸੀਂ ਮੱਥੇ ਤੇ ਟਿੱਕੇ ਲਾ ਕੇ ਤੇ ਤੁਸੀਂ ਟੱਲ ਵਜਾ ਕੇ ਆਪਣੀਆਂ MLA ਦੀਆਂ ਸੀਟਾਂ ਤੇ ਆਪਣੀ ਵੋਟੇ ਲਈ ਕੌਂਸਲਰ ਦੀਆਂ ਵੋਟਾਂ ਮੰਗਦੇ ਹੋ। ਸਾਰ ਸੁਖਬੀਰ ਸਿੰਘ ਬਾਦਲ ਤੇ ਵੱਡੇ ਬਾਦਲ ਤੋਂ ਲੈ ਕੇ ਵੀ ਇਹੀ ਕੰਮ ਕਰਦੇ ਰਹੇ। ਕਿਤੇ ਮਨਜੀਤ ਸਿੰਘ ਵੀ ਦਿਖਾ ਦਿਓ ਕਿ ਕੋਈ ਪੋਲੀਟੀਕਲ ਇਲੈਕਸ਼ਨ ਲੜਿਆ ਹੋਵੇ। ਮੈਂ ਅੱਜ ਤੱਕ 70 ਸਾਲਾਂ 'ਚ ਮੇਰੇ ਪਿਤਾ ਨੇ ਕਈ ਵਜ਼ੀਰ ਬਣਾਏ, ਕਈ ਚੀਫ ਮਿਨਿਸਟਰ ਬਣਾਏ, ਕਈ ਰਾਜ ਸਭਾ ਬਣਾਈਆਂ। ਮੈਂ ਕਈਆਂ ਨੂੰ, ਮਨਜਿੰਦਰ ਸਿਰਸਾ ਤੇ ਅਲਬੀਤ ਕਾਲਕਾ MLA ਮੇਰੇ ਕਰਕੇ ਬਣੇ ਜਦੋਂ ਮੈਂ ਪ੍ਰਧਾਨਗੀ ਲੈਣਾ। 25 ਸਾਲ ਤੋਂ ਬੀਜੇਪੀ ਇਹਨਾਂ ਨੂੰ MLA ਦੀਆਂ 4 ਟਿਕਟਾਂ ਦਿੰਦੀ ਸੀ, ਅੱਜ ਤੱਕ ਅਕਾਲੀ ਦਲ ਇੱਕ ਨਹੀਂ ਜਿੱਤਿਆ ਸੀ। 14 ਸਾਲ ਤੋਂ ਸਰਨੇ ਨੇ ਤੁਹਾਨੂੰ ਦਿੱਲੀ 'ਚ ਵੜਨ ਨਹੀਂ ਦਿੱਤਾ ਸੀਗਾ, ਲੇਕਿਨ ਜਦੋਂ ਮੈਨੂੰ ਪ੍ਰਧਾਨਗੀ ਦਿੰਦੇ ਹੋ, ਸਰਨਾ ਸਾਹਿਬ ਨੂੰ ਹਰਾ ਕੇ ਤੇ ਅਕਾਲੀ ਦਲ ਨੂੰ ਦਿੱਲੀ 'ਚ ਮੈਂ ਲੈ ਕੇ ਆਣਾ। ਹੁਣ ਤੁਹਾਡਾ ਸਵਾਲ ਆ ਗਿਆ ਕਿ ਕੇਜਰੀਵਾਲ ਦੇ ਮੈਂ ਗੋਡੇ ਲੱਗ ਗਿਆ। ਕੇਜਰੀਵਾਲ ਦੀ ਧੌਣ ਤੇ ਗੋਡਾ ਰੱਖ ਕੇ ਤਾਂ ਮੈਂ ਪੰਜਾਬੀ ਸੈਕੰਡ ਲੈਂਗੁਏਜ ਕਰਾਈ ਸੀ। ਸੋਨੀਆ ਗਾਂਧੀ ਦੀ ਧੌਣ ਤੇ ਗੋਡਾ ਰੱਖ ਕੇ 84 ਦੀ ਯਾਦਗਾਰ ਤੇ ਸੱਜਣ ਕੁਮਾਰ ਨੂੰ ਜੇਲ੍ਹ 'ਚ ਪਹੁੰਚਾਇਆ। ਮੈਂ ਇਹ ਦੱਸਣਾ ਚਾਹੁੰਦਾ, ਇੱਕ ਹੁਣ ਟੈਕਨੀਕਲ ਗੱਲ ਹੈ, ਇਹ ਸੁਣੋ ਜੀ। 2010 ਦੇ ਵਿੱਚ ਦਿੱਲੀ ਸਰਕਾਰ, ਜਦੋਂ ਸੋਨੀਆ ਆਪਣੀ ਸ਼ੀਲਾ ਦੀਕਸ਼ਿਤ ਜਦੋਂ ਦਿੱਲੀ ਦੀ ਮੁੱਖ ਮੰਤਰੀ ਸੀ, ਸਾਡਾ ਦਿੱਲੀ ਗੁਰਦੁਆਰਾ ਇਲੈਕਸ਼ਨ ਬੋਰਡ ਦਿੱਲੀ ਸਰਕਾਰ ਦੇ ਥੱਲੇ ਆਂਦਾ, ਸੈਂਟਰ ਸਰਕਾਰ ਦੇ ਥੱਲੇ ਨਹੀਂ ਆਂਦਾ।
ਜੀ ਸ਼ੀਲਾ ਦੀਕਸ਼ਿਤ ਵੇਲੇ ਇਹ ਕਾਨੂੰਨ ਪਾਸ ਹੋਇਆ ਕਿ ਜਿਹੜੀ ਵੀ ਇਲੈਕਸ਼ਨ ਦਿੱਲੀ ਗੁਰਦੁਆਰਾ ਕਮੇਟੀ ਦੀ ਪਾਰਟੀ ਲੜੇਗੀ ਉਹ ਪਾਰਟੀ ਧਾਰਮਿਕ ਤੌਰ ਤੇ ਐਜ਼ ਅ ਰਿਲੀਜੀਅਸ ਪਾਰਟੀ ਸ਼ੁੱਡ ਬੀ ਰਜਿਸਟਰਡ ਇਨ ਰਜਿਸਟਰਾਰ ਆਫ ਸੁਸਾਇਟੀਜ਼ ਦੇ ਅੰਡਰ ਰਜਿਸਟਰ ਹੋਣੀ ਚਾਹੀਦੀ ਹੈ। ਉਸਨੂੰ ਉਹਦੀਆਂ ਧਾਰਾਵਾਂ ਨੇ ਉਹਨੂੰ ਕੁਆਲੀਫਾਈ ਕਰਨਾ ਚਾਹੀਦਾ। ਮੇਰੀ ਪਾਰਟੀ ਹੁੰਦੀ ਸੀ ਪਹਿਲੇ ਸ਼੍ਰੋਮਣੀ ਅਕਾਲੀ ਦਲ ਪੰਥਕ ਜਥੇਦਾਰ ਸੰਤੋਖ ਸਿੰਘ, ਮੈਂ 7 ਸੀਟਾਂ ਜਿੱਤਿਆ ਸੀ 2007 ਦੇ ਵਿੱਚ ਜਦੋਂ ਇਲੈਕਸ਼ਨ ਹੋਈ ਸੀ। ਮੇਰੀ ਪਾਰਟੀ ਦਿੱਲੀ ਦਾ ਇਲੈਕਸ਼ਨ ਕਮਿਸ਼ਨ ਰਿਜੈਕਟ ਕਰ ਦਿੰਦਾ ਹੈ 2017 ਦੇ ਵਿੱਚ। ਉਹ ਕਹਿੰਦਾ ਹੈ ਕਿ ਤੂੰ ਉਹ ਧਾਰਾਵਾਂ ਪੂਰੀਆਂ ਨਹੀਂ ਕਰ ਰਿਹਾ ਜੋ ਰੂਲ 14 ਦੇ ਵਿੱਚ ਨਵੀਂ ਅਮੈਂਡਮੈਂਟ ਆਈ ਹੈ। ਅਕਾਲੀ ਦਲ ਨੂੰ ਉਹ ਕਰਦਾ ਨਹੀਂ। ਉਹ ਕਹਿ ਦਿੰਦਾ ਕਿ ਅਕਾਲੀ ਦਲ ਪੁਰਾਣੀ ਰਵਾਇਤੀ ਪਾਰਟੀ ਹੈ, ਇਸ ਕਰਕੇ ਹੁਣ ਮੇਰੀ ਵੀ ਤੇ ਪੁਰਾਣੀ ਪਾਰਟੀ ਸੀ। 2007 ਚ ਮੈਂ ਚੋਣਾਂ ਜਿੱਤਿਆ ਸੀਗਾ, 7 ਸੀਟਾਂ ਜਿੱਤਿਆ ਸੀਗਾ ਜਦੋਂ ਮੈਂ ਨਵਾਂ ਆਪਣਾ ਦਿੱਲੀ ਗੁਰਦੁਆਰਾ ਕਮੇਟੀ ਚ ਪਾਰਟੀ ਬਣਾਈ ਸੀਗੀ। ਕਾਨੂੰਨ ਏਦਾਂ ਨਹੀਂ ਹੋ ਸਕਦਾ ਨਾ ਬੇਨੀਪਾਲ ਜੀ, ਤੁਸੀਂ ਤੇ ਮੈਂ ਇੱਕ ਲਾਲ ਬੱਤੀ ਜੰਪ ਕਰ ਜਾਂਦੇ ਆ ਤੇ ਬੇਨੀਪਾਲ ਜੀ ਨੂੰ ਛੱਡ ਦਿੱਤਾ ਜਾਵੇ ਕਿਉਂਕਿ ਉਹ 10 ਸਾਲ ਪਹਿਲੇ ਬਣੇ ਸੀ ਤੇ ਮਨਜੀਤ ਸਿੰਘ ਨੂੰ 500 ਰੁਪਏ ਦਾ 5000 ਦਾ ਚਲਾਨ ਕਰ ਦਿੰਦੇ। ਕਾਨੂੰਨ ਤਾਂ ਇੱਕੋ ਜਿਹਾ ਹੁੰਦਾ ਨਾ ਸਾਰਿਆਂ ਲਈ। ਬਿਲਕੁਲ ਇਹਨਾਂ ਦੀ ਰਜਿਸਟਰਡ ਪਾਰਟੀ ਨਹੀਂ ਹੈ। ਹੁਣ ਅੱਜ 19 ਤਰੀਕ ਸਵੇਰ ਤੁਹਾਡੀ ਤੇ ਰਾਤ ਆ ਹਲੇ 18 ਤਰੀਕ ਦੀ, ਮੇਰਾ ਇੱਥੇ ਦਿਨ ਚੜ ਚੁੱਕਾ। ਮੇਰਾ ਖਿਆਲ ਇਸ ਵੇਲੇ 10 ਵਜਣ ਲੱਗੇ ਆ, ਕੋਰਟ ਖੁੱਲਣ ਵਾਲੀ। ਉਹ ਕੋਰਟ ਦੇ ਵਿੱਚ ਅੱਜ ਕੇਸ ਹੈ ਜਸਟਿਸ ਪ੍ਰਤੀਕ ਜਲਾਨ ਦੀ ਕੋਰਟ ਵਿੱਚ। ਅੱਜ ਅਕਾਲੀ ਦਲ ਉੱਥੇ ਬਿਆਨ ਦੇ ਦੇਵੇ ਕਿ ਅਸੀਂ ਇੱਕ ਧਾਰਮਿਕ ਪਾਰਟੀ ਆ, ਉਹਨਾਂ ਨੂੰ ਉਹਨਾਂ ਦਾ ਸਿੰਬਲ ਮਿਲ ਜਾਏਗਾ। ਲੇਕਿਨ ਜਦ ਕਾਨੂੰਨ ਬਣ ਗਿਆ ਕਿ ਸਿਰਫ ਧਾਰਮਿਕ ਪਾਰਟੀ ਇਲੈਕਸ਼ਨ ਲੜ ਸਕਦੀ ਹੈ, ਮੈਂ ਕੇਜਰੀਵਾਲ ਦੇ ਖਿਲਾਫ ਪ੍ਰੈਸ ਕਾਨਫਰੰਸ ਕੀਤੀ ਅੱਜ ਤੋਂ ਹਫ਼ਤਾ ਪਹਿਲੇ। ਮੈਂ ਕਿਹਾ ਕੇਜਰੀਵਾਲ ਨੇ ਹਫ਼ਤਾ ਪਹਿਲੇ ਅਕਾਲੀ ਦਲ ਨੂੰ ਬਚਾਉਣ ਵਾਸਤੇ ਕੋਰਟ 'ਚ ਆਖਿਆ ਕਿ ਇਹ ਪੁਰਾਣੀ ਰਵਾਇਤੀ ਰਿਲੀਜੀਅਸ ਪਾਰਟੀ ਹੈ। ਮੈਂ ਕਿਹਾ ਜੀ ਇਹ ਨਾ ਤੇ ਰਜਿਸਟਰ ਹੋਈ ਹੈ ਸੁਸਾਇਟੀਜ਼ ਐਕਟ ਦੇ ਵਿੱਚ, ਹਾਂ ਇਹ ਐਮਐਲਏ ਦੀ ਇਲੈਕਸ਼ਨ ਵੀ ਲੜਦੇ ਨੇ, ਇਹ ਐਮਪੀ ਦੀ ਵੀ ਲੜਦੇ ਨੇ, ਇਹ ਕਾਉਂਸਲਰ ਦੀ ਵੀ ਲੜਦੇ ਨੇ, ਇਹ ਧਾਰਮਿਕ ਪਾਰਟੀ ਕਿੱਥੋਂ ਹੈ ਜੀ? ਉਹਦੇ 'ਚ ਕੇਜਰੀਵਾਲ ਦੀ ਸਰਕਾਰ ਫਸ ਗਈ। ਕੱਲ ਉਹਨਾਂ ਨੂੰ ਨੋਟੀਫਿਕੇਸ਼ਨ ਕੱਢਣਾ ਪਿਆ। ਉਹ ਨੋਟੀਫਿਕੇਸ਼ਨ ਉਸੇ ਲਾਈਨ 'ਚ ਕੱਢਿਆ ਜੋ 2010 'ਚ ਸ਼ੀਲਾ ਦੀਕਸ਼ਿਤ ਨੇ ਅਮੈਂਡਮੈਂਟ ਕੀਤੀ ਸੀ। ਔਰ ਜਦ ਉਸਨੇ ਨੋਟੀਫਿਕੇਸ਼ਨ ਕੀਤਾ, ਹੁਣ ਸਰਸਾ ਸਾਹਿਬ ਕੋਲ ਨਹੀਂ, ਸੁਖਬੀਰ ਬਾਦਲ ਕੋਲ ਕੋਈ ਰਸਤਾ ਨਹੀਂ। ਉਹ ਇਹ ਮੰਨ ਲਵੇ ਕਿ ਉਹਨਾਂ ਦੀ ਧਾਰਮਿਕ ਪਾਰਟੀ ਆ। ਅਗਰ ਉਹ ਮੰਨ ਲੈਂਦੇ ਨੇ ਧਾਰਮਿਕ ਪਾਰਟੀ ਆ, ਹੁਣ ਇਹ ਗੱਲ ਸੁਣਿਓ, ਉਹ ਮੰਨਣਗੇ ਨਹੀਂ ਕਦੀ। ਕਿਉਂ ਨਹੀਂ ਮੰਨਣਗੇ? ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜਿਹੜਾ ਵੱਡਾ ਇਲੈਕਸ਼ਨ ਕਮਿਸ਼ਨ ਹੈ, ਜਿਹੜਾ ਬੀਜੇਪੀ ਨੂੰ ਮਾਨਤਾ ਦਿੰਦਾ, ਜਿਹੜਾ ਕਾਂਗਰਸ ਨੂੰ, ਕਮਿਊਨਿਸਟਾਂ ਨੂੰ, ਅਕਾਲੀ ਦਲ ਨੂੰ, AIDMK ਨੂੰ, ਉਹਦੇ ਕੋਲ ਜਿਹੜੀ ਰਜਿਸਟ੍ਰੇਸ਼ਨ ਹੈ ਜਾਂ ਸਾਡਾ ਕਨਸਟੀਟਿਊਸ਼ਨ ਕਹਿੰਦਾ ਕਿ ਜਿਹੜੀ ਪਾਰਟੀ ਪੋਲੀਟੀਕਲ ਇਲੈਕਸ਼ਨ ਲੜਦੀ ਹੋਵੇ ਉਹ ਪਾਰਟੀ ਕਦੀ ਰਿਲੀਜੀਅਸ ਇਲੈਕਸ਼ਨ ਨਹੀਂ ਲੜ ਸਕੇਗੀ। ਇਹ ਸਾਡਾ ਕਨਸਟੀਟਿਊਸ਼ਨ ਹੈ। ਤੁਸੀਂ ਕਨਸਟੀਟਿਊਸ਼ਨ ਦੇ ਖਿਲਾਫ ਅੱਜ ਤੱਕ ਚੱਲ ਪਏ ਹੋ। ਅੱਜ ਤੁਹਾਡੇ ਤੇ ਡੰਡਾ ਪੈ ਗਿਆ, ਤੁਸੀਂ ਮਨਜੀਤ ਸਿੰਘ ਦਾ ਨਾਂ ਲੈ ਰਹੇ ਹੋ। ਮਨਜੀਤ ਸਿੰਘ ਦਾ ਨਾਂ ਨਹੀਂ ਹੈ। 2010 ਵਿੱਚ ਸ਼ੀਲਾ ਦੀਕਸ਼ਿਤ ਦੀ ਸਰਕਾਰ ਨੇ ਕਾਨੂੰਨ ਬਣਾਇਆ ਸੀ, ਉਹਦੀ ਇੰਪਲੀਮੈਂਟੇਸ਼ਨ ਇਲੈਕਸ਼ਨ ਕਮਿਸ਼ਨ ਨੇ ਤੁਹਾਨੂੰ 2 ਵਾਰੀ ਰਾਹ ਦੇ ਦਿੱਤਾ ਕਿਉਂਕਿ ਗਵਰਨਰ ਲੱਗਾ ਸੀ ਤੁਹਾਡਾ ਸੈਂਟਰ ਤੋਂ, ਤੁਸੀਂ ਰਾਹ ਲੈ ਲਿਆ 12 ਚ ਵੀ ਤੇ 17 ਦੇ ਵਿੱਚ। ਅੱਜ ਉਹਨਾਂ ਨੇ ਉਸ ਚੀਜ਼ ਨੂੰ ਇੰਪਲੀਮੈਂਟ ਕਰ ਦਿੱਤਾ। ਇਸ ਨੂੰ ਕੋਈ ਨਹੀਂ ਰੋਕ ਸਕਦਾ। ਹਾਂ, ਅੱਜ ਹੁਣ ਜਿੱਦਾਂ 10 ਵਜੇ ਕੋਰਟ ਖੁੱਲ ਰਹੀ ਹੈ, ਹੁਣੇ ਆਵਾਜ਼ ਪਊਗੀ ਕੋਰਟ ਦੇ ਵਿੱਚ, ਉੱਥੇ ਸਾਰ ਸੁਖਬੀਰ ਸਿੰਘ ਬਾਦਲ ਐਫੀਡੇਵਿਟ ਦੇ ਦੇਣ ਕਿ ਧਾਰਮਿਕ ਪਾਰਟੀ ਹੈ, ਇਹ ਦਿੱਲੀ 'ਚ ਵੱਜ ਜਾਣਗੇ। ਲੇਕਿਨ ਅਗਰ ਜੋ ਇਹ ਐਫੀਡੇਵਿਟ ਦੇ ਦੇਣਗੇ ਤੇ ਇਹਨਾਂ ਦੀ ਐਫੀਲੀਏਸ਼ਨ ਜਿਹੜੀ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ 'ਚੋਂ ਖਤਮ ਹੋ ਜਾਏਗੀ, ਇਹ ਪਾਰਟੀ ਡਿਸਲੌਜ ਹੋ ਜਾਏਗੀ। ਸੋ ਇਹਨਾਂ ਦੇ ਮੂੰਹ 'ਚ ਛਿਪਕਲੀ ਹੈ, ਇਹ ਨੰਗਾਣ ਤੋਂ ਵੀ ਮਰਦੇ ਆ ਤੇ ਸੁੱਟਣ ਤੋਂ ਵੀ ਮਰਦੇ ਆ। ਇਹ ਪੋਜੀਸ਼ਨ ਜੀ ਕਿ ਸਾਹਿਬ ਮੈਨੂੰ ਇਹ ਦੱਸਿਓ, ਸ਼੍ਰੋਮਣੀ ਅਕਾਲੀ ਦਲ ਨਾਲ ਤੁਸੀਂ ਵੀ ਲੰਬਾ ਸਮਾਂ ਜੁੜੇ ਰਹੇ, ਤੁਸੀਂ ਦੱਸ ਦਿੱਤਾ ਕਿ ਅਸਲ ਦੇ ਵਿੱਚ ਵਖਰੇਵੇਂ ਕਿੱਥੋਂ ਵਧੇ। ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿੱਚ ਸੱਤਾ ਤੇ ਵੀ ਕਾਬਜ਼ ਰਹੀ ਲੰਬਾ ਸਮਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵੀ, ਤੇ ਦਿੱਲੀ ਵਿੱਚ ਵੀ ਤੁਸੀਂ ਉਹਨਾਂ ਦੀ ਇਕਾਈ ਦੇ ਪ੍ਰਧਾਨ ਸੀ ਤੇ ਤੁਸੀਂ ਉਹਨਾਂ ਦਾ ਚਿਹਰਾ ਸੀ, ਤੁਸੀਂ ਉਹਨਾਂ ਦਾ ਫੇਸ ਸੀ। ਪਰ ਅੱਜ ਤੁਹਾਡੇ ਵਿੱਚ ਦੂਰੀਆਂ ਨੇ, ਤੁਸੀਂ ਉਹ ਗੱਲਾਂ ਤੇ ਪਿੰਨ ਪੁਆਇੰਟ ਕਰ ਰਹੇ ਹੋ ਕਿ ਆਹ ਕਮਜ਼ੋਰੀਆਂ ਤੇ ਆਹ ਕਮਜ਼ੋਰੀਆਂ ਕਿ ਅੰਦਰ ਖਾਤੇ, ਕਿਉਂਕਿ ਉਹ ਤਾਂ ਤੁਹਾਨੂੰ ਜਦੋਂ ਵੱਡਾ ਇੱਕ ਮੁੱਦਾ ਮਿਲਿਆ ਉਸ ਵਕਤ ਤੁਸੀਂ ਮੁਖਾਲਫਤ ਕਰ ਦਿੱਤੀ, ਪਰ ਉਹਦੇ ਤੋਂ ਪਹਿਲਾਂ ਵੀ ਕਦੇ ਪਾਰਟੀ ਪ੍ਰਧਾਨ ਨੂੰ ਇਹ ਕਹਿਣ ਦੀ ਹਿੰਮਤ ਰੱਖਦੇ ਸੀ ਜਾਂ ਕਹਿੰਦੇ ਸੀ ਕਿ ਆਹ ਗੱਲਾਂ ਚੰਗੀਆਂ ਨਹੀਂ, ਆਹ ਗੱਲਾਂ ਚੰਗੀਆਂ ਨੇ? ਕਦੇ ਹੁੰਦੀ ਸੀ ਗੱਲਬਾਤ, ਜਾਂ ਜਦੋਂ ਤੁਹਾਡਾ ਉਹਨਾਂ ਦਾ ਦੁਫਾੜ ਪਿਆ ਉਹਦੇ ਤੋਂ ਬਾਅਦ ਹੀ ਵਖਰੇਵੇਂ ਪਏ ਜੀ? ਨਹੀਂ, ਹੁਣ ਤੁਸੀਂ ਇਹ ਦੇਖੋ ਕਿ ਜਿਸ ਵੇਲੇ ਮੈਂ ਬਠਿੰਡੇ 'ਚ ਡੇਰੇ ਦੇ ਖਿਲਾਫ ਪ੍ਰੈਸ ਕਾਨਫਰੰਸ ਕੀਤੀ, ਉਸ ਵੇਲੇ ਮੈਂ ਉਹਨਾਂ ਦਾ ਪ੍ਰਧਾਨ ਸੀ ਦਿੱਲੀ ਦਾ ਅਕਾਲੀ ਦਲ ਦਾ। ਉਸ ਵੇਲੇ ਮੈਂ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਸੀ, ਉਸ ਵੇਲੇ ਮੈਂ ਨੈਸ਼ਨਲ ਸਪੋਕਸ ਪਰਸਨ ਸੀ ਜੀ। ਠੀਕ ਹੈ, ਮੈਂ
ਖਾਲੀ ਇਹਨਾਂ ਗੱਲਾਂ ਤੇ ਨਹੀਂ, ਅੱਜ ਪਹਿਲੀ ਦਫਾ ਤੁਹਾਡੇ ਮੈਂ ਚੈਨਲ ਤੇ ਦੱਸਣ ਲੱਗਾ ਵਾਂ ਜੀ। ਮੈਂ ਜਦੋਂ ਪਹਿਲੀ ਦਫਾ ਕੈਨੇਡਾ ਆਇਆ ਨਾ 2014 ਦੇ ਵਿੱਚ ਜੀ, ਤੇ ਤੁਸੀਂ ਵੀ ਮੇਰਾ ਇੰਟਰਵਿਊ ਲਿਆ ਸੀ। ਬਿਲਕੁਲ ਜੀ। ਇਸੇ ਤਰੀਕੇ ਨਾਲ ਮੈਂ ਲੰਡਨ ਗਿਆ ਸੀ, ਸਿੱਖ ਚੈਨਲ ਤੇ ਹੋਰ ਦੂਜੇ ਚੈਨਲਾਂ ਨੇ 30 ਬੰਦੇ ਬਿਠਾ ਕੇ, ਜਿਹੜੇ ਉਹਦੇ ਐਸੇ ਲੋਕੀ ਸੀਗੇ ਕਿ ਜਿਨ੍ਹਾਂ ਨੂੰ ਬਲੈਕਲਿਸਟ ਕਰਕੇ ਇੰਡੀਆ 'ਚ ਨਹੀਂ ਆਉਣ ਦਿੱਤਾ ਜਾਂਦਾ ਸੀਗਾ, ਮੇਰਾ ਇੰਟਰਵਿਊ ਲਿਆ। ਮੈਂ ਸਾਰੀ ਗੱਲਾਂ ਦੇ ਜਵਾਬ ਦੇ ਸਕਿਆ, 2 ਗੱਲਾਂ ਦੇ ਮੇਰੇ ਕੋਲ ਜਵਾਬ ਨਹੀਂ ਸੀਗੇ। ਇੱਕ ਸੁਮੇਧ ਸੈਣੀ ਦਾ ਜਵਾਬ ਨਹੀਂ ਸੀਗਾ, ਇੱਕ ਮੇਰੇ ਕੋਲ ਅਜ਼ਹਰ ਆਲਮ ਦਾ ਜਵਾਬ ਨਹੀਂ ਸੀਗਾ। ਹੁਣ ਸੁਮੇਧ ਸੈਣੀ ਨਾਲ ਮੇਰਾ ਕੋਈ ਲੈਣ ਦੇਣ ਨਹੀਂ, ਮੇਰਾ ਅਜ਼ਹਰ ਆਲਮ ਨਾਲ ਕੋਈ ਲੈਣ ਦੇਣ ਨਹੀਂ। ਮੈਂ ਤਾਂ ਦਿੱਲੀ ਦੀ ਸਿਆਸਤ, ਪੰਜਾਬੋਂ ਬਾਹਰ ਦੇ ਸਿੱਖਾਂ ਦੀ ਸਿਆਸਤ ਕਰਦਾ ਨਾ। ਮੈਂ ਵਾਪਸ ਜਾ ਕੇ ਸੁਖਬੀਰ ਬਾਦਲ, ਵੱਡੇ ਬਾਦਲ ਸਾਹਿਬ ਕੋਲ ਬੈਠਾ, ਮੈਂ ਕਿਹਾ ਜੀ ਮੈਨੂੰ ਇਹਨਾਂ ਚੀਜ਼ਾਂ ਦਾ ਜਵਾਬ ਚਾਹੀਦਾ। ਮੈਂ ਜਦੋਂ ਬਾਹਰਲੇ ਸਿੱਖਾਂ ਕੋਲ ਜਾਣਾ ਹੈਗਾ ਵਾਂ, ਉਹ ਮੈਨੂੰ ਸਵਾਲ ਕਰਦੇ ਨੇ ਕਿ ਸੁਮੇਧ ਸੈਣੀ ਨੂੰ ਤੁਸੀਂ ਡੀਜੀਪੀ ਕਿਉਂ ਬਣਾ ਦਿੱਤਾ? ਤੁਸੀਂ ਅਜ਼ਹਰ ਆਲਮ ਦੀ ਵੋਟੀ ਨੂੰ ਟਿਕਟ ਦੇ ਕੇ ਤੁਸੀਂ ਕਿਉਂ, ਉਹ ਜਿਹਨੇ ਉਹ ਸੈਨਾ ਬਣਾਈ ਸੀ ਕੋਈ ਆਲਮ ਸੈਨਾ, ਮੈਂ ਕਿਹਾ ਕੋਲ 2 ਚੀਜ਼ਾਂ ਦਾ ਜਵਾਬ ਨਹੀਂ ਹੈ, ਮੈਨੂੰ ਇਹਦਾ ਜਵਾਬ ਦਿਓ ਸਰ, ਜਾਂ ਇਹਨਾਂ ਨੂੰ ਕਰਕੇ ਪਾਸੇ ਮਾਰੋ। ਉਹ ਕਾਕਾ ਜੀ ਤੁਹਾਨੂੰ ਨਹੀਂ ਪਤਾ, ਇਹ ਬਾਹਰਲਿਆਂ ਨੇ ਤੇ ਬੋਲਣਾ ਹੀ ਹੁੰਦਾ ਕਾਕਾ ਜੀ, ਚਲੋ ਆਪਾਂ ਦੇਖਦੇ ਹਾਂ, ਆਪਾਂ ਸੋਚਦੇ ਹਾਂ। ਮੈਂ ਪਾਰਟੀ 'ਚ ਰਹਿ ਕੇ ਹਰੇਕ ਉਹ ਗੱਲ ਚੁੱਕੀ ਜਿੱਥੇ ਅਕਾਲੀ ਦਲ ਲੀਹਾਂ ਤੋਂ ਭਟਕਦਾ ਸੀਗਾ। ਇਹ ਤਕਲੀਫ ਸੀ ਇਹਨਾਂ ਨੂੰ ਕਿ ਮਨਜੀਤ ਸਿੰਘ ਜਿਹੜਾ ਹੈ ਇਹ ਸਾਡੀ ਲਾਈਨ ਪੂਰੀ ਟੋ ਨਹੀਂ ਕਰਦਾ, ਇਹ ਜਿੱਥੇ ਪੰਥਕ ਗੱਲ ਆ ਜਾਂਦੀ ਹੈ ਆਪਣੇ ਮਿਸ਼ਨ ਤੇ ਚੱਲਦਾ ਹੈ, ਇਹ ਸਾਡੇ ਮਿਸ਼ਨ ਤੇ ਨਹੀਂ ਚੱਲਦਾ। ਮੈਂ ਇਹ ਸਮਝਦਾ ਵਾਂ। ਅੱਜ ਮੈਂ ਪਹਿਲੀ ਦਫਾ ਤੁਹਾਡੇ ਚੈਨਲ ਤੇ ਇਹ ਗੱਲ ਮੈਂ ਖੋਲਦਾ ਪਿਆ, ਜੋ ਪਾਰਟੀ ਦੇ ਅੰਦਰ ਗੱਲਾਂ। ਹੁਣ ਮੈਂ 2014 ਦੀ ਗੱਲ ਕਰ ਰਿਹਾ, ਮੈਂ ਤਾਂ 2018 ਤੱਕ ਚਲਾਇਆ ਨਾ ਕੰਮ, ਫਿਰ 2017 ਚ ਮੈਂ ਇਕੱਲਾ ਹੀ ਜਿੱਤ ਕੇ ਲੈ ਗਿਆ ਸੀ। ਦੂਜੀ ਗੱਲ, ਅੱਜ ਤੁਸੀਂ ਲੋਕੀ ਬਾਹਰ ਬੈਠੇ ਹੋ, ਕਿੱਡੇ ਬੰਦੇ ਦੇ ਵੀਜ਼ੇ ਹੁਣ ਖੁੱਲ ਗਏ ਆ, ਬਲੈਕਲਿਸਟ ਕਿਉਂ ਮਾਫ ਹੋ ਗਈ ਆ? ਅਫਗਾਨਿਸਤਾਨ ਦੇ ਸਿੱਖਾਂ ਦਾ ਮਸਲਾ 25 ਸਾਲ ਪੁਰਾਣਾ, ਉਹ ਮੈਂ ਕਿੱਦਾਂ ਹੱਲ ਕਰਾ ਲਿਆ ਹੋਣਾ? ਸੱਜਣ ਕੁਮਾਰ ਦੀ SIT ਬਣਾ ਕੇ ਮੈਂ ਮੋਦੀ ਤੋਂ ਅੰਦਰ ਕਿੱਦਾਂ ਧਕਾਤਾ ਹੋਣਾ? ਮੈਂ 1984 ਦੀ ਯਾਦਗਾਰ ਬਣਾਉਣ ਦੀ ਗੱਲ ਹੋਵੇ, ਬੰਦਾ ਬਹਾਦਰ ਦੇ ਦਿਨ ਮਨਾਉਣ ਦੀ ਗੱਲ ਹੋਵੇ, ਸਾਡੇ ਕਾਲਜਾਂ ਨੂੰ ਮਿਨੋਰਟੀ ਸਟੇਟਸ ਦੀ ਗੱਲ ਹੋਵੇ, ਹੁਣ ਇਹ ਕੰਮ ਕਿਉਂ ਹੋਏ ਨੇ? ਇਹ ਕੰਮ ਤਾਂ ਹੋਏ ਨੇ ਕਿ ਮੈਂ ਅੱਜ ਤੱਕ ਸਰਕਾਰ ਕੋਲ ਕਦੀ ਆਪਣੀ ਜੇਬ ਦੇ ਵਿੱਚ ਕੋਟਾ ਪਰਮਿਟ ਲਾਇਸੈਂਸ ਦੀ ਪਰਚੀ ਲੈ ਕੇ ਨਹੀਂ ਗਿਆ, ਕਦੀ ਰਾਜ ਸਭਾ ਜਾਂ ਕੋਈ ਹੋਰ ਮੰਗਣ ਨਹੀਂ ਗਿਆ। ਬਾਦਲ ਸਾਹਿਬ ਨੂੰ ਹੈ ਕਿ ਢੀਂਡਸਾ ਸਾਹਿਬ ਨੂੰ, ਭੁੰਦੜ ਨੂੰ, ਨਰੇਸ਼ ਗੁਜਰਾਲ ਨੂੰ, ਚੰਦੂ ਮਾਜਰੇ ਨੂੰ ਵਜ਼ੀਰੀ ਨਹੀਂ ਮਿਲਣੀ ਚਾਹੀਦੀ, ਮੇਰੀ ਨੂੰਹ ਨੂੰ ਮਿਲਣੀ ਚਾਹੀਦੀ ਹੈ। ਸੁਖਬੀਰ ਬਾਦਲ ਨੂੰ ਇਹ ਹੈਗਾ ਕਿ ਮੈਂ ਡਿਪਟੀ CM ਬਣਨਾ ਚਾਹੀਦਾ, BJP ਉਹਦੇ 'ਚ ਰੁਕਾਵਟ ਨਾ ਪਾਵੇ। ਫਿਰ ਇਹਨਾਂ ਨੂੰ ਹੋਟਲਾਂ ਦੇ ਪਲਾਟ ਚਾਹੀਦੇ ਨੇ, ਬੱਸਾਂ ਦੇ ਠੇਕੇ ਚਾਹੀਦੇ ਨੇ। ਕੌਮ ਦੀ ਗੱਲ ਤੇ ਹੁੰਦੀ ਨਹੀਂ। ਇਸ ਤੋਂ ਵੱਡੀ ਗੱਲ ਕੀ ਹੋ ਸਕਦੀ? ਬੇਰੀਵਾਲ ਸਾਹਿਬ, ਸਭ ਤੋਂ ਵੱਡਾ ਜਿਹੜਾ ਸਟੈਂਡ ਹੈ ਅਕਾਲੀ ਦਲ ਦਾ, ਉਹ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਸੀਗਾ ਜੀ। ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਕੀ ਕਹਿੰਦਾ ਸੀਗਾ? ਕਿ ਸਟੇਟਾਂ ਨੂੰ ਵੱਧ ਅਧਿਕਾਰ ਚਾਹੀਦੇ ਨੇ। ਤੁਸੀਂ ਜਿਸ ਦਿਨ 370 ਧਾਰਾ ਕਸ਼ਮੀਰ 'ਚੋਂ ਹਟਾਈ ਜਾਂਦੀ ਹੈ, ਅਕਾਲੀ ਦਲ ਵੋਟਾਂ ਪਾਉਂਦਾ BJP ਦੇ ਹੱਕ 'ਚ, ਔਰ 370 ਦੇ ਖਿਲਾਫ ਤੁਸੀਂ ਖੁਦ ਜਿਹੜੀ ਆਟੋਨਮੀ ਟੂ ਸਟੇਟ ਮੰਗਦੇ ਸੀ, ਤੁਸੀਂ ਉੱਥੇ ਕੰਪਰੋਮਾਈਜ਼ ਕਰ ਗਏ, ਕਿਉਂਕਿ ਵਜ਼ੀਰੀਆਂ ਤੇ ਠੇਕੇ ਚਾਹੀਦੇ ਸੀਗੇ। ਜਿਸ ਦਿਨ ਕਿਸਾਨੀ ਬਿੱਲ ਸਾਈਨ ਹੁੰਦਾ ਕੈਬਨਿਟ 'ਚ, ਬੀਬਾ ਸਾਈਨ ਕਰਕੇ ਆਉਂਦੀ ਹੈ। 6 ਮਹੀਨੇ ਸੁਖਬੀਰ ਬਾਦਲ, ਸਾਰ ਵੱਡਾ ਬਾਦਲ ਤੇ ਬੀਬਾ ਇਹ ਉਹਦੇ ਗੁਣ ਗਣਾਈ ਜਾਂਦੇ ਨੇ। ਜਦੋਂ ਪਿੰਡਾਂ 'ਚ ਜੁੱਤੀਆਂ ਪੈਣ ਲੱਗਦੀਆਂ ਨੇ, ਉਦੋਂ ਤੁਸੀਂ ਭੱਜਦੇ ਹੋ, ਉਦੋਂ ਤੁਸੀਂ ਅਸਤੀਫਾ ਦਿੰਦੇ ਹੋ। ਹੁਣ ਨਾ ਤੁਸੀਂ ਘਰ ਦੇ ਰਹਿ ਗਏ ਹੋ, ਨਾ ਘਾਟ ਦੇ ਰਹਿ ਗਏ ਹੋ। ਮਨਜਿੰਦਰ ਸਿੰਘ ਸਿਰਸਾ ਲੱਗਾ ਹੋਇਆ ਕਿ ਮੈਂ ਕਿਸੇ ਤਰੀਕੇ ਕਿਸਾਨੀ ਦੀ ਗੱਲ ਕਰਕੇ ਅਕਾਲੀ ਦਲ ਨੂੰ ਉਹਦਾ ਬੈਨੀਫਿਟ ਦੇ ਦੇਵਾਂ, ਪਰ ਤੁਹਾਨੂੰ ਕਿਸੇ ਨੇ ਬਰਦਾਸ਼ਤ ਨਹੀਂ ਕਰਨਾ। ਪਿੰਡਾਂ ਦੇ ਵਿੱਚ ਧਿਆਨ ਰੱਖ ਲੈਣਾ ਜੀ ਕਿ ਸਾਹਿਬ, ਮੈਨੂੰ ਕੋਈ ਹੋਰ ਦੱਸਿਓ, ਅਚਨਚੇਤ ਗੱਲ ਇੱਥੇ ਕਾ ਕੇ ਖੜ ਗਈ ਹੈ ਕਿ ਜਦੋਂ ਆਪਾਂ ਗੱਲ ਕਰਦੇ ਹਾਂ ਸਿੱਖ ਸਿਆਸਤ ਦੀ, ਹੁਣ ਤੁਸੀਂ ਦੇਖੋ ਕਿ 5 ਸੂਬਿਆਂ ਦੇ ਵਿੱਚ ਵਿਧਾਨ ਸਭਾਵਾਂ ਦੀਆਂ ਚੋਣਾਂ ਹੋ ਰਹੀਆਂ ਨੇ। ਮੈਂ ਕੱਲ ਖਬਰਾਂ ਦੇ ਰਿਹਾ ਸੀ ਕਿ 331 ਕਰੋੜ ਤੇ 47 ਲੱਖ ਦੀ ਨਕਦੀ, ਸ਼ਰਾਬ ਤੇ ਹੋਰ ਨਸ਼ਾ, ਸੋਨਾ ਚਾਂਦੀ ਫੜੀ ਹੈ, ਜਿਹੜੇ ਲੋਕਾਂ ਨੂੰ ਵੰਡੀ ਜਾਣੀ ਸੀ। ਇਹ ਸਿਰਫ MLA MP ਦੀਆਂ ਚੋਣਾਂ ਵਿੱਚ ਹੀ ਨਹੀਂ, ਖਬਰਾਂ ਅਕਸਰ ਮਿਲਦੀਆਂ ਨੇ ਕਿ ਜਦੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੀ ਹੁੰਦੀਆਂ ਨੇ, ਨਸ਼ਾ ਉਦੋਂ ਵੀ ਵੰਡਿਆ ਜਾਂਦਾ ਹੈ, ਕਿਉਂਕਿ ਲੋਕ ਸਾਡੇ ਨਸ਼ਿਆਂ ਤੇ ਲੱਗ ਚੁੱਕੇ ਹੈ, ਲਾਲਚੀ ਅਸੀਂ ਹੋ ਚੁੱਕੇ ਹਾਂ, ਜ਼ਮੀਰਾਂ ਅਸੀਂ ਵੇਚ ਕੇ ਵੋਟਾਂ ਪਾਉਣ ਦੇ ਆਦੀ ਹਾਂ। ਫਿਰ ਬਾਅਦ ਦੇ ਵਿੱਚ ਸਾਡਾ ਕੁੱਟ ਕਟਾਪਾ ਹੁੰਦਾ, ਸਾਨੂੰ ਕੁੱਟਿਆ ਵੀ ਜਾਂਦਾ, ਸਾਨੂੰ ਲੁੱਟਿਆ ਵੀ ਜਾਂਦਾ, ਸਾਡੀ ਸੁਣਵਾਈ ਨਹੀਂ ਹੁੰਦੀ। ਹੁਣ ਅਸੀਂ ਵੇਖ ਰਹੇ ਹਾਂ ਕਿ ਸਰਕਾਰਾਂ ਧੱਕੇਸ਼ਾਹੀ ਕਿਵੇਂ ਕਰਦੀਆਂ ਨੇ। ਪਰ ਦਿੱਲੀ 'ਚ ਚੋਣਾਂ ਲੜਨ ਦਾ ਤੁਸੀਂ ਵੀ ਐਲਾਨ ਕੀਤਾ ਹੋਇਆ, ਕੀ ਤੁਸੀਂ ਉਸ ਲਕੀਰ ਤੋਂ ਪਾਸੇ ਹੋ ਸਕੋਗੇ? ਕਿਉਂਕਿ ਜੇ ਲੋਕਾਂ ਨੇ ਮੰਗ ਕੀਤੀ ਜਾਂ ਤੁਹਾਡੇ ਕਿਸੇ ਉਮੀਦਵਾਰ ਨੇ ਉਸ ਤਰ੍ਹਾਂ ਦੀ ਕਰਤੂਤ ਕਰਨ ਦੀ ਕੋਸ਼ਿਸ਼ ਕੀਤੀ, ਕੀ ਹੋਊਗਾ? ਦੇਖੋ, ਤੁਸੀਂ ਮੇਰਾ ਅੱਜ ਤੋਂ 12 ਦਿਨ ਪਹਿਲੇ ਦੀ ਪ੍ਰੈਸ ਕਾਨਫਰੰਸ ਨਹੀਂ ਦੇਖੀ? ਮੈਂ ਬੜਾ ਕਲੀਅਰ, ਜਿਹਨੂੰ ਪੈਸਾ ਔਰ ਜਿਹਨੂੰ ਸ਼ਰਾਬ ਚਾਹੀਦੀ ਹੈ ਉਹ ਸਾਨੂੰ ਵੋਟ ਬਿਲਕੁਲ ਨਾ ਪਾਵੇ। ਔਰ ਜੇ ਮੇਰਾ ਕੈਂਡੀਡੇਟ ਵੰਡਦਾ ਫੜਿਆ ਗਿਆ, ਉਸ ਦਾ ਮੈਂ ਕੈਂਡੀਡੇਚਰ, ਉਸ ਦੀ ਟਿਕਟ ਉਸੇ ਵੇਲੇ ਕੈਂਸਲ ਕਰ ਦਿਆਂਗਾ, ਭਾਵੇਂ ਚੁਣਾਵ ਦੇ ਦੌਰਾਨ ਇਹ ਕੰਮ ਮੈਂ ਫੜ ਲਵਾਂ। ਬੜਾ ਕਲੀਅਰ ਸਟੈਂਡ ਹੈ।
ਅੱਜ ਅਕਾਲੀ ਦਲ ਕਿਉਂ ਇਸ ਐਫੀਡੇਵਿਟ ਨਹੀਂ ਦੇਗਾ ਕੋਰਟ ਦੇ ਵਿੱਚ ਕਿ ਅਸੀਂ ਧਾਰਮਿਕ ਪਾਰਟੀਆਂ, ਕਿਉਂਕਿ ਉਹਨਾਂ ਨੇ ਗੁਰੂ ਦੀ ਗੋਲਕਾਂ ਵਰਤ ਕੇ ਉਹਨਾਂ ਨੇ ਐਮਐਲਏ ਜਿੱਤਣੇ ਆ, ਉਹਨਾਂ ਨੇ ਐਮਸੀ ਜਿੱਤਣੇ ਆ, ਉਹਨਾਂ ਨੇ ਐਮਪੀ ਦੀਆਂ ਇਲੈਕਸ਼ਨਾਂ ਲੜਨੀਆਂ ਨੇ। ਔਰ ਜਿਹੜੀ ਜਿਹਨੂੰ ਕਹਿੰਦੇ ਨਾ, ਜਿਹੜੀ ਉਣਤਾਈ ਤੁਸੀਂ ਕਹੀ ਆ ਕਿ ਸ਼ਰਾਬ ਔਰ ਪੈਸਾ ਔਰ ਨਸ਼ੇ ਚੱਲਦੇ ਆ ਇਲੈਕਸ਼ਨਾਂ 'ਚ, ਉਹ ਗੁਰਦੁਆਰਾ ਕਮੇਟੀ 'ਚ ਵੀ ਚਲਾਉਂਦੇ ਆ, ਕਿਉਂਕਿ ਇਹ ਤੇ ਮਾਸਟਰ ਨੇ ਵੋਟਾਂ ਕਢਾਉਣ ਦੇ, ਵੋਟਾਂ ਖਰੀਦਣ ਦੇ। ਫਿਰ ਕਿਸ ਤਰੀਕੇ ਨਾਲ ਸ਼ਤਰੰਜ ਵਿਛਾਈ ਜਾਵੇ ਕਿ ਸਾਡੇ ਕੈਂਡੀਡੇਟ ਜਿੱਤਣ। ਇਹ ਪੋਲੀਟੀਕਲ ਇਲੈਕਸ਼ਨ ਲੜਨ ਵਾਲੀ ਪਾਰਟੀ ਗੁਰੂ ਦੀ ਗੋਲਕ ਦੇ ਉੱਤੇ ਕਿਉਂ ਨਜ਼ਰ ਰੱਖ ਕੇ ਤੁਸੀਂ ਆਂਦੇ ਤੇ ਹੱਥ ਜੋੜ ਕੇ ਧਾਰਮਿਕ ਪਾਰਟੀ ਲਈਓ। ਮੈਂ ਐਲਾਨ ਕੀਤਾ ਕਿ ਮੇਰੀ ਪਾਰਟੀ ਦਾ ਕੋਈ ਮੈਂਬਰ ਕਦੀ ਕੋਈ ਐਮਐਲਏ ਜਾਂ ਦੂਜੀ ਸੀਟ ਨਹੀਂ ਲੜੇਗਾ। ਹਾਂ, ਫਿਰ ਕੱਲ ਨੂੰ ਮਨਜੀਤ ਸਿੰਘ ਚਾਹੁੰਦਾ ਹੈ ਕਿ ਮਨਜੀਤ ਸਿੰਘ ਨੇ ਐਮਪੀ ਦੀ ਇਲੈਕਸ਼ਨ ਲੜਨੀ ਹੈ ਤੇ ਮਨਜੀਤ ਸਿੰਘ ਇੱਥੋਂ ਅਸਤੀਫਾ ਦੇ ਕੇ ਤੇ ਤਾਂ ਉਸ ਪਾਸੇ ਜਾਵੇ। ਇਹ ਸਿਆਸਤ ਨੂੰ ਇੱਕ ਵਾਰੀ ਅਲਵਿਦਾ ਕਹਿ ਦੇਵੇ। ਫਿਰ ਜਦ ਵੱਡੀ ਸਿਆਸਤ ਜਾਣਾ ਮਾੜਾ ਕੰਮ ਨਹੀਂ। ਸਿੱਖ ਕਿਉਂ ਨਾ ਬਣਨ ਮਿਨਿਸਟਰ, ਸਿੱਖ ਕਿਉਂ ਨਾ ਬਣਨ ਐਮਪੀ, ਲੇਕਿਨ ਗੁਰੂ ਦੀ ਗੋਲਕ ਕਿਉਂ ਵਰਤਦੇ ਪਏ ਹੋ ਤੁਸੀਂ? ਗੁਰੂ ਤੇ ਪੈਸਾ ਟਕਾ ਲੋਕਾਂ ਨੇ ਪਾਇਆ, ਕੋਈ ਐਜੂਕੇਸ਼ਨ ਵਾਸਤੇ, ਕੋਈ ਧਰਮ ਪ੍ਰਚਾਰ ਵਾਸਤੇ, ਕੋਈ ਗਰੀਬ ਗੁਰਬੇ ਵਾਸਤੇ। ਤੁਸੀਂ ਆਪਣੀ ਕਮਿਊਨਿਟੀ ਨੂੰ ਚੁੱਕੋ ਨਾ। ਤੁਸੀਂ ਸਾਡੀ ਕਮਿਊਨਿਟੀ ਦੇ ਬੰਦੇ ਆਈਏਐਸ, ਆਈਪੀਐਸ, ਆਈਐਫਐਸ ਕਿਉਂ ਨਹੀਂ ਬਣਦੇ? ਤੁਸੀਂ ਉਸ ਪਾਸੇ ਤੁਰੋ। ਤੁਸੀਂ ਉਹ ਪੈਸਾ ਜਾ ਕੇ ਐਸਜੀਪੀਸੀ ਦੀ ਇਲੈਕਸ਼ਨਾਂ ਤੋਂ ਲੈ ਕੇ ਤੇ ਐਮਐਲਏ ਤੇ ਕਾਉਂਸਲਰਾਂ ਦੀ ਇਲੈਕਸ਼ਨਾਂ ਚ ਲਾਉਂਦੇ ਹੋ। ਸੋ ਇਹ ਐਪ ਹੈ। ਇਹਦੇ ਚ ਮੈਂ ਸਮਝਦਾ ਇਹ ਜਿਹੜਾ ਦਿੱਲੀ ਸਰਕਾਰ ਨੇ ਕਾਨੂੰਨ ਬਣਾਇਆ, ਪਹਿਲੇ ਤਾਂ ਮੈਂ ਵੀ ਇਸ ਨਾਲ ਸਹਿਮਤ ਨਹੀਂ ਸੀਗਾ, ਪਰ ਮੈਂ ਅੱਜ ਸਹਿਮਤ ਹਾਂ ਕਿ ਇਹ ਜਿਹੜੀ ਆ ਇਹ ਕਿਤੇ ਨਾ ਕਿਤੇ ਉਹ ਆਪਸ ਚ ਵਖਰੇਵਾਂ ਕਰ ਦੇਗੀ ਕਿ ਜਿਹਨੇ ਸਿਆਸੀ ਇਲੈਕਸ਼ਨ ਲੜਨੀ ਉਹ ਅਲੱਗ ਚਲੇ ਜਾਣ, ਜਿਹਨੇ ਧਰਮ ਦੀ ਇਲੈਕਸ਼ਨ ਲੜਨੀ ਉਹ ਅਲੱਗ ਚਲੇ ਜਾਣ। ਮਨਜੀਤ ਸਿੰਘ ਜੀ, ਮੈਂ ਵੇਖ ਰਿਹਾ ਕਿ ਬਾਕੀ ਨਾਲ ਤੁਸੀਂ ਸਵਾਲਾਂ ਦੇ ਜਵਾਬ ਦੇ ਰਹੇ ਹੋ। ਮੈਨੂੰ ਪਤਾ ਕਿ ਸਮਾਂ ਤੁਹਾਡੇ ਜਾਣ ਦਾ ਵੀ ਹੈ। ਜਾਣ ਤੋਂ ਪਹਿਲਾਂ ਆਖਰੀ ਤੇ ਥੋੜਾ ਤੱਤਾ ਸਵਾਲ ਹੈ। ਤੁਸੀਂ ਗੁਰਦੁਆਰਾ ਸਾਹਿਬ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀਆਂ ਸੇਵਾਵਾਂ ਨਿਭਾਉਂਦੇ ਰਹੇ। ਜਦੋਂ ਗਵਰਨ ਦੇ ਕਰਪਸ਼ਨ ਦੇ ਦੋਸ਼ ਲੱਗੇ, ਤੁਸੀਂ ਅਸਤੀਫਾ ਦੇ ਕੇ ਲਾਂਭੇ ਹੋ ਗਏ ਤੇ ਉਹਨਾਂ ਦਾ ਸਾਹਮਣਾ ਕੀਤਾ। ਕਿੰਨਾ ਕੁ ਪ੍ਰੈਸ਼ਰ ਰਹਿੰਦਾ ਪਾਰਟੀ ਦਾ, ਭਾਵੇਂ ਹੁਣ ਪ੍ਰਧਾਨ ਹੋਵੇ, ਭਾਵੇਂ ਤੁਸੀਂ ਪ੍ਰਧਾਨ ਸੀ, ਕਿ ਗੋਲਕ ਚੋਂ ਪੈਸਾ ਕੱਢ ਕੇ ਦਿਓ? ਰਹਿੰਦਾ ਜੀ? ਕਦੇ ਸੁਨੇਹੇ ਮਿਲਦੇ ਆ ਇੱਦਾਂ ਜੀ ਕਿ ਗੋਲਕ ਚੋਂ ਪੈਸਾ ਮੈਨੂੰ ਤਾਂ ਨਹੀਂ ਕਹਿਣਗੇ ਕੱਢਣ ਵਾਸਤੇ, ਨਾ ਕੱਢਿਆ। ਲੇਕਿਨ ਮੈਂ ਤੁਹਾਨੂੰ ਇੱਕ ਇੰਸਟੈਂਸ ਦੱਸਦਾ ਜੀ। ਸਾਡੇ ਕੋਲ ਦਿੱਲੀ ਗੁਰਦੁਆਰਾ ਕਮੇਟੀ ਕੋਲ ਪ੍ਰਿੰਟਿੰਗ ਪ੍ਰੈਸ ਹੈ ਜੀ। ਕਿਸੇ ਸੱਜਣ ਨੇ ਗਿਫਟ ਕੀਤੀ ਸੀ। ਅੱਜ ਸਾਰ ਰਜਿੰਦਰ ਸਿੰਘ ਚੱਢਾ ਨੇ, ਬਹੁਤ ਅਮੀਰ ਆਦਮੀ, ਉਹਨਾਂ ਨੇ 6 ਕਰੋੜ ਦੀ ਪ੍ਰੈਸ ਹੁਣ ਫਿਰ ਨਵੀਂ ਗਿਫਟ ਕੀਤੀ ਆ ਸਾਨੂੰ ਜੀ। ਉਸ ਪ੍ਰੈਸ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਛਪਦਾ ਸੀ ਜੀ। ਉਸ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਜਾਂ ਗੁਟਕਾ ਸਾਹਿਬ ਜਾਂ ਜਿਹੜੇ ਧਾਰਮਿਕ ਲਿਟਰੇਚਰ ਉਹ ਛਪਣਾ ਚਾਹੀਦਾ ਜੀ। ਮੈਂ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਤੇ ਇੱਕ ਦਿਨ ਮੇਰੇ ਕੋਲ ਇੱਕ ਬਿੱਲ ਆਂਦਾ ਹੈ ਕਿ ਐਸਜੀਪੀਸੀ ਕੋਲੋਂ ਅਸੀਂ 5000 ਸਰੂਪ ਮੰਗਵਾਏ ਨੇ ਮਹਾਰਾਜ ਦੇ ਗੁਰੂ ਗ੍ਰੰਥ ਸਾਹਿਬ ਦੇ ਜੀ। ਮੈਂ ਇੱਕਦਮ ਜਦੋਂ ਮੈਂ ਬਿੱਲ ਦੇਖਦਾ, ਹਾਲਾਂਕਿ ਪ੍ਰਧਾਨ ਦੇ ਕੋਲ ਸਿਰਫ ਚੈੱਕ ਸਾਈਨ ਆਉਂਦੇ ਨੇ, ਥੱਲੇ ਜਨਰਲ ਸੈਕਟਰੀ ਦੀ ਡਿਊਟੀ ਹੁੰਦੀ ਹੈ। ਜਨਰਲ ਸੈਕਟਰੀ ਸਿਰਸਾ ਸੀ। ਮੈਂ ਕਿਹਾ ਇਹ 5000 ਸਰੂਪ ਅਸੀਂ ਉੱਥੋਂ ਮੰਗਵਾਏ ਨੇ, ਉਹਦੀ ਭੇਟਾ ਦਾ ਬਿੱਲ ਸਾਈਨ ਹੋਣ ਆਇਆ, ਤੇ ਇਹ ਆਪਣੀ ਜਿਹੜੀ ਪ੍ਰੈਸ ਉਹ ਕੀ ਕਰ ਰਹੀ ਹੈ? ਮੈਂ ਸਰ ਪਰਮਜੀਤ ਸਿੰਘ ਰਾਣਾ ਸਾਡੇ ਧਰਮ ਪ੍ਰਚਾਰ ਦੇ ਮੁਖੀ ਸੀ, ਮੈਂ ਉਹਨਾਂ ਨੂੰ ਬੁਲਾਇਆ। ਮੈਂ ਕਿਹਾ ਪਰਮਜੀਤ ਰਾਣਾ, ਇਹ ਆਪਾਂ ਸਰੂਪ ਉੱਥੋਂ ਕਿਉਂ ਮੰਗਵਾਏ ਨੇ? ਇੱਥੇ ਕੋਈ ਆਪਣੀ ਪ੍ਰੈਸ ਦੇ ਵਿੱਚ ਖਾਮੀ ਹੈ? ਕਹਿੰਦਾ ਭਾਜੀ 9 ਮਹੀਨਿਆਂ ਤੋਂ ਸਿਰਸਾ ਸਾਹਿਬ ਦੀ ਪ੍ਰਿੰਟਿੰਗ ਹੋ ਰਹੀ ਹੈ। ਮੈਂ ਕਿਹਾ ਕੀ ਪ੍ਰਿੰਟਿੰਗ ਹੋ ਰਹੀ ਹੈ? ਇਹ ਦੀਵਾਲੀ ਦੀ ਵਧਾਈ ਜੀ, ਨਵੇਂ ਸਾਲ ਦੀ ਵਧਾਈ ਜੀ, ਇਹ ਜਨਮ ਅਸ਼ਟਮੀ ਦੀ ਵਧਾਈ ਜੀ, ਇਹ ਫਲਾਣੇ ਦੀ ਕਾਰਡ ਛਪ ਰਹੇ ਨੇ ਜੀ, ਇਹ ਪੋਸਟਰ ਛਪ ਰਹੇ ਨੇ ਜੀ, ਕਿਉਂਕਿ ਉਹਨਾਂ ਦੀ ਇਲੈਕਸ਼ਨ ਦਾ ਜਿਹੜਾ ਸਾਰਾ ਮਟੀਰੀਅਲ ਹੈ ਉਹ ਗੁਰਦੁਆਰੇ ਦੀ ਪ੍ਰਿੰਟਿੰਗ ਪ੍ਰੈਸ 'ਚੋਂ ਛਪਦਾ ਪਿਆ। ਮੈਂ ਉਸੇ ਵੇਲੇ ਆਰਡਰ ਕੀਤਾ ਔਰ ਉਸੇ ਵੇਲੇ ਆਰਡਰ ਕਰਕੇ ਮੈਂ ਆਖਿਆ ਕਿ ਅੱਜ ਤੋਂ ਬਾਅਦ ਇੱਥੇ ਸਿਵਾਏ ਧਾਰਮਿਕ ਲਿਟਰੇਚਰ ਤੋਂ ਕੋਈ ਚੀਜ਼ ਨਹੀਂ ਛਪੇਗੀ। ਇਹ ਮੈਂ ਛੋਟਾ ਜਿਹਾ ਤੁਹਾਨੂੰ ਇੱਕ ਇੰਸਟੈਂਸ ਦਿੱਤਾ। ਇੱਥੋਂ ਦੀ 300 ਦਾ ਸਟਾਫ ਜਾ ਕੇ ਇਲੈਕਸ਼ਨਾਂ 'ਚ 4 ਮਹੀਨੇ ਪਹਿਲੇ ਬਹਿ ਜਾਂਦਾ। ਇੱਥੋਂ ਲੰਗਰਾਂ ਦੀ ਰਸਦ ਜਿਹੜੀ ਹੈ ਉਹ ਚਲੇ ਜਾਂਦੀ ਹੈ। ਉੱਥੇ ਜਾ ਕੇ ਫਿਰ ਸਰਸਾ ਸਾਹਿਬ ਦੀ ਜਿਹੜੀ ਐਮਐਲਏ ਦੀ, ਜਿੱਥੋਂ ਇਹਨਾਂ ਨੇ ਇਲੈਕਸ਼ਨ ਲੜਨੀ ਸੀ, 28 ਲੱਖ ਰੁਪਏ ਦੀਆਂ ਫਿਲਮਾਂ ਸਿਰਫ ਉਸ ਏਰੀਏ 'ਚ ਦਿਖਾਈਆਂ। ਹਾਂ, 28 ਲੱਖ ਦੀ ਫਿਲਮਾਂ ਸਾਰੀ ਦਿੱਲੀ 'ਚ ਦਿਖਾਈਆਂ ਗਈਆਂ ਹੁੰਦੀਆਂ ਨਾ। ਫਿਰ ਉਸ ਤੋਂ ਇਲਾਵਾ ਜਿਹੜੀਆਂ ਕਲੋਨੀਆਂ ਨੇ ਗਰੀਬ, ਉੱਥੇ ਪ੍ਰਧਾਨ ਕੋਲ, ਸਕੱਤਰ ਕੋਲ ਹੁੰਦੀ ਹੈ ਪਾਵਰ ਉਹਨਾਂ ਨੂੰ ਰਾਸ਼ਨ ਵੰਡਣ ਦੀ। ਉਹਨਾਂ ਕੋਲ ਹੁੰਦੀ ਹੈ ਕਿ ਇਹਨੂੰ 500 ਰੁਪਏ, 1100 ਰੁਪਏ, 2000 ਰੁਪਏ, 2100 ਰੁਪਏ ਦੀ ਪਰਚੀ। ਉਹ ਰੋਜ਼ ਦੀਆਂ ਕਿੰਨੀਆਂ ਪਰਚੀਆਂ ਸਾਈਨ ਹੁੰਦੀਆਂ, ਕਿਉਂਕਿ ਆਪਣੀਆਂ ਵੋਟਾਂ ਪੱਕੀਆਂ ਕਰਨੀਆਂ ਨੇ। ਮੈਂ ਇਸੇ ਲਈ ਕਹਿ ਰਿਹਾ ਕਿ ਇਹ ਬੜਾ ਗੰਦ ਜੇ। ਇਹ ਸਾਰੀਆਂ ਚੀਜ਼ਾਂ ਤੇ ਬ੍ਰੇਕ ਤਾਂ ਹੀ ਲੱਗ ਸਕੇਗੀ ਕਿ ਜੇ ਧਾਰਮਿਕ ਬੰਦਾ ਸਿਰਫ ਧਾਰਮਿਕ ਇਲੈਕਸ਼ਨ ਲੜੇ, ਪੋਲੀਟੀਕਲ ਬੰਦਾ ਜਾ ਕੇ ਬਾਹਰ ਆਪਣੀ ਪੋਲੀਟੀਕਲ ਇਲੈਕਸ਼ਨ ਲੜੇ, ਗੁਰੂ ਦੀ ਗੋਲਕ ਨਾ ਵਰਤੇ। ਜੀ। ਸੋ ਜੀਕੇ ਸਾਹਿਬ, ਤੁਸੀਂ ਸਮਾਂ ਕੱਢਿਆ, ਦਰਸ਼ਕਾਂ ਦੇ ਨਾਲ ਸਾਂਝ ਪਾਈ ਹੈ। ਜਾਣ ਤੋਂ ਪਹਿਲਾਂ ਦਰਸ਼ਕਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ, ਉਹ ਕਿਹਾ ਜਾ ਸਕਦਾ ਜੀ? ਮੈਂ ਸਮਝਦਾ
ਬੇਨੀਪਾਲ ਜੀ ਨੇ ਨਾ ਸ਼ੁਰੂ 'ਚ ਇੱਕ ਸਵਾਲ ਚੁੱਕਿਆ ਸੀ ਜਿਹਦਾ ਮੈਂ ਜਵਾਬ ਹਲੇ ਤੱਕ ਨਹੀਂ ਦਿੱਤਾ। ਜੀ। ਇਹਨਾਂ ਨੇ ਸਵਾਲ ਚੁੱਕਿਆ ਸੀਗਾ ਕਿ ਤੁਸੀਂ ਇਹ ਇਲੈਕਸ਼ਨਾਂ ਸਾਡੇ ਗੁਰਦੁਆਰਿਆਂ 'ਚ ਕਿਉਂ ਆ? ਅਸੀਂ ਅੱਧੀ ਗੱਲ ਕੀਤੀ ਕਿ ਚਰਚ 'ਚ ਕਦੀ ਇਲੈਕਸ਼ਨ ਨਹੀਂ ਹੁੰਦੀ, ਮਸਜਿਦ 'ਚ ਕਦੀ ਇਲੈਕਸ਼ਨ ਨਹੀਂ ਹੁੰਦੀ, ਮੰਦਿਰ 'ਚ ਕਦੀ ਇਲੈਕਸ਼ਨ ਨਹੀਂ ਹੁੰਦੀ, ਇਹ ਗੁਰਦੁਆਰਿਆਂ 'ਚ ਕਿਉਂ ਆ? ਦੇਖੋ, ਇਹ ਅਸੀਂ ਆਪ ਮੋਰਚੇ ਲਾ ਕੇ ਲਿਆ ਇਹ ਸਿਸਟਮ, ਔਰ ਇਹ ਸਿਸਟਮ ਅੱਜ ਸਾਡੇ ਗਲ 'ਚ ਪੈ ਗਿਆ। ਜਦੋਂ 1920 'ਚ ਮੋਰਚਾ ਲੱਗਾ ਤੇ 1925 'ਚ ਸ਼੍ਰੋਮਣੀ ਗੁਰਦੁਆਰਾ ਕਮੇਟੀ ਦਾ ਐਕਟ ਬਣਿਆ, ਅਸੀਂ 500 ਸ਼ਹਾਦਤਾਂ ਲੈ ਕੇ ਦੇ ਕੇ ਅਸੀਂ ਜੰਡਾਂ ਨਾਲ ਸਾੜੇ ਗਏ ਸੀਗੇ, ਗੋਰਿਆਂ ਦੇ ਗੋਡੇ ਟਕਾਤੇ ਸੀਗੇ, ਅਸੀਂ ਆਪ ਇਹ ਸਿਸਟਮ ਮੰਗਿਆ। ਲੇਕਿਨ ਇਸ ਸਿਸਟਮ ਦੇ ਵਿੱਚ ਪੋਲੀਟੀਕਲ ਕਰਪਸ਼ਨ ਜਿਹੜੀ ਮੈਂ ਹਲੇ ਗਿਣਾਈ ਹੈ ਨਾ, ਹਲੇ ਮੈਂ ਥੋੜੀ ਜਿਹੀ ਗਿਣਾਈ ਹੈ। ਅੱਜ ਮੈਂ ਤੁਹਾਨੂੰ ਨਕਸ਼ਾ ਦੇ ਦਿੱਤਾ ਕਿ ਗੁਰਦੁਆਰਾ ਕਿੱਦਾਂ ਵਰਤਿਆ ਜਾਂਦਾ ਹੈ ਜੀ। ਗੱਲ ਸਮਝਦੇ ਹੋ? ਮੈਂ ਤੇ ਕਦੀ ਐਮਐਲਏ ਨਹੀਂ ਲੜਿਆ, ਮੈਂ ਤੇ ਕਦੀ ਕੋਈ ਕਾਉਂਸਲਰ, ਨਾ ਮੇਰਾ ਪੁੱਤਰ, ਨਾ ਮੇਰੀ ਵੋਟੀ, ਨਾ ਕੋਈ ਹੋਰ ਲੜਿਆ ਹੋਵੇ। ਲੇਕਿਨ ਜਿਹੜੇ ਲੜਦੇ ਨੇ ਉਹ ਕਿੱਦਾਂ ਵਰਤਦੇ ਨੇ ਉਹ ਮੈਂ ਤੁਹਾਨੂੰ ਦੱਸਿਆ। ਮੈਂ ਇਹ ਸਮਝਦਾ ਹਾਂ ਕਿ ਇਹ ਸਿਸਟਮ ਬੇਨੀਪਾਲ ਜੀ ਅਸੀਂ ਖੁਦ ਮੋਰਚੇ ਲਾ ਕੇ ਲਿਆ, ਇਹ ਸਰਕਾਰ ਦੇ ਗਲ 'ਚ ਗੂਠਾ ਦੇ ਕੇ ਲਿਆ। 1970 ਦੇ ਵਿੱਚ ਮੋਰਚਾ ਲੱਗਾ ਸੀ, ਤਾਂ 1971 ਦਾ ਗੁਰਦੁਆਰਾ ਦਿੱਲੀ ਦਾ ਐਕਟ ਹੈਗਾ, ਇਲੈਕਸ਼ਨਾਂ ਅਸੀਂ ਆਪ ਸਹੇੜੀਆਂ ਨੇ। ਵਕਤ ਆਉਣਾ ਚਾਹੀਦਾ ਹੈ ਬੇਨੀਪਾਲ ਸਾਹਿਬ, ਤੁਹਾਡਾ ਦਰਦ ਬੜਾ ਠੀਕ ਹੈ ਕਿ ਸਿਲੈਕਸ਼ਨ ਹੋਣੀ ਚਾਹੀਦੀ ਹੈ, ਇਲੈਕਸ਼ਨ ਨਹੀਂ ਹੋਣੀ ਚਾਹੀਦੀ। ਅਗਰ ਇਲੈਕਸ਼ਨ ਹੁੰਦੀ ਰਹੇਗੀ ਤੇ ਇਲੈਕਸ਼ਨ ਦੀਆਂ ਜਿਹੜੀਆਂ ਊਣਤਾਈਆਂ, ਕਮੀਆਂ ਔਰ ਪੈਸਾ, ਸ਼ਰਾਬ, ਨਸ਼ਾ, ਇਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਜ਼ਰੂਰ ਅੰਦਰ ਆਉਂਦਾ ਰਹੇਗਾ। ਇਹ ਸੋਚਣਾ ਪਏਗਾ ਕੌਮ ਨੂੰ, ਔਰ ਕੌਮ ਨੂੰ ਫੈਸਲਾ ਲੈਣਾ ਪਏਗਾ। ਜੀਕੇ ਸਾਹਿਬ, ਤੁਹਾਡਾ ਸਮਾਂ ਸਾਂਝਾ ਕਰਨ ਵਾਸਤੇ ਤਹਿ ਦਿਲੋਂ ਧੰਨਵਾਦ। ਫਿਰ ਕਿਸ ਦਿਨ ਸਬੱਬ ਬਣਿਆ ਕੋਈ ਵੱਡੇ ਇਸੇ ਤਰ੍ਹਾਂ ਦੇ ਇਸ਼ੂ, ਇਸੇ ਤਰ੍ਹਾਂ ਦੇ ਮੁੱਦੇ ਸਾਹਮਣੇ ਆਏ, ਤੁਹਾਨੂੰ ਫਿਰ ਆਵਾਜ਼ ਦੇਵਾਂਗੇ। ਗੁਰਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਇਹ ਸਨ ਜਾਗੋ ਪਾਰਟੀ ਦੇ ਪ੍ਰਧਾਨ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ, ਜਿਨ੍ਹਾਂ ਨੇ ਲਗਭਗ ਹਰ ਇੱਕ ਸਵਾਲ ਦਾ ਜਵਾਬ ਬੜੀ ਬੇਬਾਕੀ ਨਾਲ ਦਿੱਤਾ। ਤੇ ਤੁਹਾਨੂੰ ਸਾਡੀ ਇਹ ਮੁਲਾਕਾਤ ਕਿਵੇਂ ਲੱਗੀ ਹੈ, ਕਿਰਪਾ ਕਰਕੇ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਛੱਡਿਓ। ਜੇਕਰ ਇਹ ਮੁਲਾਕਾਤ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਵੀ ਕਰ ਦਿਓ ਤੇ ਲਾਈਕ ਵੀ ਕਰ ਦਿਓ, ਤੇ ਤੁਹਾਡੇ ਧੰਨਵਾਦੀ ਹੋਵਾਂਗੇ। ਤੇ ਸਮੇਂ ਦੀ ਸਮਾਪਤੀ ਹੈ, ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।